1917 ਦੇ ਵਿੱਚ ਜਦੋਂ ਅਕਾਲੀ ਦਲ ਬਾਦਲ ਹਾਰਦਾ ਉਸ ਤੋਂ ਬਾਅਦ ਇਹ ਕਹਿੰਦੇ ਜੀ ਕਿ ਮੰਥਨ ਕੀਤਾ ਗਿਆ। ਹੁਣ ਮੰਥਨ ਕਿਹੋ ਜਿਹਾ ਸੀ ਸਮਝ ਨਹੀਂ ਲੱਗੀ ਵੀ। ਉਦੋਂ ਅਕਾਲੀ ਦਲ ਬਾਦਲ ਇੱਕ ਵਿਰੋਧੀ ਧਿਰ ਦੇ ਵਿੱਚ ਵੀ ਨਾ ਰਿਹਾ, ਸਣੇ ਭਾਰਤੀ ਜਨਤਾ ਪਾਰਟੀ ਵਾਲੇ ਲੜਾ ਕੇ। ਜਦੋਂ ਇਹ ਦਿੱਤਾ ਗਿਆ ਸੀ ਨਾਅਰਾ ਕਿ ਰਾਜ ਕਰਾਂਗੇ 25 ਸਾਲ, ਇਹ ਉਦੋਂ ਹੀ ਹੰਕਾਰ ਸਮਝ ਲੈਣਾ ਚਾਹੀਦਾ ਸੀਗਾ ਕਿ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ। ਜੇ ਸੁਖਬੀਰ ਸਿੰਘ ਬਾਦਲ ਹੋਰੀ ਕੈਪੇਬਲ ਹੁੰਦੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਨੂੰ ਮੁੱਖ ਮੰਤਰੀ 12 ਚ ਬਣਾ ਦਿੰਦੇ, 13 ਚ ਬਣਾ ਦਿੰਦੇ, 14 ਚ ਬਣਾ ਦਿੰਦੇ। ਨਹੀਂ ਬਣਾਇਆ। ਕਿਉਂ ਨਹੀਂ ਬਣਾਇਆ? ਸ਼ਾਇਦ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਸੀ ਉਹ ਚਲਾ ਨਹੀਂ ਸਕਦੇ। ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਇਹਨਾਂ ਨੇ ਪ੍ਰਧਾਨ ਬਣਾਇਆ, ਕਹਿੰਦੇ ਰਹੇ ਉਹ ਅਕਾਲੀ ਦਲ ਬਾਦਲ ਦੇ ਨੇ। ਪਰ ਜੇ ਤੁਸੀਂ ਰਿਕਾਰਡ ਦੇਖੋ ਤੇ ਵਿਧਾਨ ਸਭਾ ਦੀ ਚੋਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਦੇ ਉੱਤੇ ਲੜੀ ਸੀ, ਕਮਲ ਦੇ ਫੁੱਲ ਤੇ। ਫਿਰ ਉਹ ਅਕਾਲੀ ਦਲ ਬਾਦਲ ਦੇ ਕਿਵੇਂ ਸੀਗੇ? ਅਕਾਲੀ ਦਲ ਬਾਦਲ ਜੇ ਧਰਮ ਨਿਰਪੱਖ ਪਾਰਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਂ ਕੀ ਕਰਦੇ ਫਿਰਦੇ ਆ? ਜੇ ਤੁਸੀਂ ਧਾਰਮਿਕ ਸੰਸਥਾਵਾਂ 'ਚ ਦਖਲ ਨਹੀਂ ਦਿੰਦੇ ਤੇ ਕਾਲਕਾ ਹੋਰਾਂ ਨੂੰ ਤੁਸੀਂ ਕੱਢ ਕਿਵੇਂ ਸਕਦੇ ਹੋ? ਜੇ ਉਹਨਾਂ ਨੂੰ ਕੱਢ ਰਹੇ ਹੋ ਤੇ ਇਟ ਮੀਨਸ ਕਿ ਤੁਹਾਡਾ ਦਖਲ ਨਹੀਂ ਬਲਕਿ ਸਿੱਧਾ ਕਬਜ਼ਾ ਹੈ। ਚਲੋ ਬਾਕੀ ਗੱਲਾਂ ਤੁਸੀਂ ਛੱਡੋ। ਅੱਜ ਤੱਕ ਇਹ ਜਵਾਬ ਇਹ ਕਿਉਂ ਨਹੀਂ ਦਿੰਦੇ ਕਿ ਜਦੋਂ ਡੇਰਾ ਸਰਸਾ ਮੁਖੀ ਨੂੰ ਬਿਨਾਂ ਮੰਗੀ ਮੁਆਫੀ ਦਿੱਤੀ ਗਈ ਸੀ ਤਾਂ ਉਦੋਂ 90 ਲੱਖ ਰੁਪਏ ਦੇ ਇਸ਼ਤਿਹਾਰ ਗੋਲਕ ਦੇ ਵਿੱਚੋਂ ਕਿਉਂ ਦਿੱਤੇ ਗਏ ਸੀ ਅਖਬਾਰਾਂ ਨੂੰ? ਹੁਣ ਇਹ ਕਹਿੰਦੇ ਕਿ ਜੀ ਇਹ ਭਾਰਤੀ ਜਨਤਾ ਪਾਰਟੀ ਐਂਟਰ ਕਰਨਾ ਚਾਹੁੰਦੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ। ਕਰਨਾ ਨਹੀਂ ਚਾਹੁੰਦੀ ਅਕਾਲੀ ਦਲ ਬਾਦਲ ਵਾਲੇ, ਉਹ ਕਰ ਚੁੱਕੀ ਹੋਈ ਹੈ। ਜੇ ਵਿਕਰਮ ਮਜੀਠੀਆ ਹੋਰਾਂ ਨੇ ਇਹ ਚੋਣ ਲੜਨ ਦਾ ਫੈਸਲਾ ਲੈ ਲਿਆ ਕਿ ਅੰਮ੍ਰਿਤਸਰ ਈਸਟ ਤੋਂ ਉਹਨਾਂ ਨੇ ਚੋਣ ਲੜਨੀ ਆ, ਤੇ ਫਿਰ ਉਹਨਾਂ ਨੂੰ ਕੋਈ ਵਰਕਰ ਨਹੀਂ ਦੱਸਿਆ ਉੱਥੋਂ ਲੜਾਉਣ ਲਈ? ਆਪਣੀ ਪਤਨੀ ਦਿਸੀ ਨਾ। ਜਿਹੜੇ ਲੋਕ ਕਿਸਾਨੀ ਅੰਦੋਲਨ ਦੇ ਦੌਰਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ 1 ਸਾਲ ਤੋਂ ਵੱਧ ਸਮਾਂ ਬੈਠੇ ਰਹੇ, ਉਹ ਵੋਟ ਬੈਂਕ ਨਹੀਂ ਸਨ, ਉਹ ਵੋਟਾਂ ਨਹੀਂ ਸਨ, ਉਹ ਲੋਕ ਆਪਣੇ ਚੁੱਲ੍ਹੇ ਬਚਾਉਣ ਦੇ ਵਾਸਤੇ ਉੱਥੇ ਗਏ ਸਨ। ਜਿਹੜੇ ਬਲਵੀਰ ਸਿੰਘ ਰਾਜੇਵਾਲ ਕਹਿੰਦੇ ਸੀਗੇ ਕਿ ਮੈਨੂੰ ਤਾਂ ਰਾਸ਼ਟਰਪਤੀ ਬਣਾਉਣ ਨੂੰ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਵਾਲੇ, ਉਹ ਪਤਾ ਨਹੀਂ ਕਿਹੋ ਜਿਹਾ ਰਾਸ਼ਟਰਪਤੀ ਬਣਾਉਣ ਦੀ ਗੱਲ ਕਿਹਨੇ ਆਖੀ ਸੀਗੀ ਉਹਨਾਂ ਨੂੰ। ਜਿਹੜੀ ਬੁੱਢੀ ਲੀਡਰਸ਼ਿਪ ਆ ਉਹ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਕਿ ਉਹ ਫੇਲ ਹੋਏ ਨੇ। ਜਦੋਂ 2017 ਦੀਆਂ ਵੋਟਾਂ ਦੇ ਨਤੀਜੇ ਆਉਣੇ ਸੀ, ਉਹਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੋਰੀ ਅਮਰੀਕਾ ਜਾਂਦੇ ਆ ਆਪਣਾ ਚੈੱਕਅਪ ਕਰਾਉਣ ਦੇ ਵਾਸਤੇ। ਇਸ ਕਰਕੇ ਕਿ ਅਜੇ ਇੰਟਰਮ ਸੀਐਮ ਹੈਗੇ ਆ। ਜੇ ਚੋਣਾਂ ਦੇ ਨਤੀਜਿਆਂ ਦੇ ਵਿੱਚ ਉਹ ਨਾ ਰਹੇ, ਉਹਨਾਂ ਦੀ ਪਾਰਟੀ ਸੱਤਾ 'ਚ ਨਾ ਆਈ, ਉਹਨਾਂ ਨੂੰ ਪਤਾ ਸੀ ਨਹੀਂ ਆ ਰਹੀ, ਤੇ ਉਸ ਤੋਂ ਬਾਅਦ ਖਰਚਾ ਪੱਲਿਓਂ ਦੇਣਾ ਪਊਗਾ। ਚਰਨਜੀਤ ਸਿੰਘ ਓਟਵਾਲ ਉਹ ਕਹਿੰਦੇ ਸੀ ਕਿ ਮੇਰੇ ਗੋਡਿਆਂ 'ਚ ਦਰਦ ਰਹਿੰਦੀ ਆ, ਇਸ ਕਰਕੇ ਮੈਨੂੰ ਵੱਡੀ ਗੱਡੀ ਚਾਹੀਦੀ ਆ। ਹੁਣ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਗੋਡਿਆਂ ਦੇ ਦਰਦ ਦਾ ਵੱਡੀ ਗੱਡੀ ਦੇ ਨਾਲ ਕੀ ਸੰਬੰਧ ਹੈ। ਚਲੋ ਊਠ ਤੋਂ ਛਾਨਣੀ ਲਾ ਦਿਓ, ਸ਼ਾਇਦ ਭਾਰ ਘਟ ਜੇ। ਉਹ ਊਠ ਤੋਂ ਛਾਨਣੀ ਲਾਈ ਗਈ ਆ, ਮੈਂ ਪੈਨਸ਼ਨ ਨਹੀਂ ਲੈਣੀ। ਲੋਕ ਹਿੱਤਾਂ ਦੇ ਵਿੱਚ ਇਹਦੀ ਵਰਤੋਂ ਕਰ ਲਈ ਜਾਵੇ। ਜੇ ਲੋਕ ਹਿੱਤ ਬਾਦਲ ਸਾਹਿਬ ਏਡੇ ਪਿਆਰੇ ਨੇ ਤੇ ਫਿਰ ਜੋ ਪੁਰਾਣੇ ਭੱਤੇ ਲਏ ਹੋਏ ਆ ਸਾਰੇ ਦੇ ਸਾਰੇ ਉਹ ਵੀ ਛੱਡ ਦਿਓ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਹੋਰਾਂ ਦੇ ਨਾਲ ਪੰਜਾਬ ਦੀ ਰਾਜਨੀਤੀ, ਭਾਰਤ ਦੀ ਰਾਜਨੀਤੀ ਦੀ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਪੰਨੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ। ਪ੍ਰੋਗਰਾਮ ਦੀ ਸ਼ੁਰੂਆਤ ਬਾਦਲ ਦਲ ਤੋਂ ਕਰਦੇ ਹਾਂ। ਬਹੁਤ ਕੁਝ ਗਵਾ ਲਿਆ ਇਹਨਾਂ ਨੇ, 2017 'ਚ ਵੀ ਬੜਾ ਗਵਾ ਲਿਆ ਸੀ ਤੇ 22 'ਚ ਤੇ ਚਲੋ ਹੁੰਜਾ ਹੀ ਫਿਰ ਗਿਆ, ਇਕੱਲੇ ਬਾਦਲਾਂ ਕੋਲ ਰਹਿ ਗਈਆਂ 3 ਸੀਟਾਂ। ਪਰ ਜੇ ਅੱਜ ਗੱਲ ਕਰੀਏ ਦਿੱਲੀ ਗੁਰਦੁਆਰਾ ਮੈਨੇਜਮੈਂਟ ਦੀ, ਤੇ ਕੀ ਇਹ ਵੀ ਇਹਨਾਂ ਦੇ ਹੱਥੋਂ ਖਿਸਕ ਜੂਗੀ ਕਿ ਬਚਾ ਲੈਣਗੇ ਇਹਨੂੰ? ਸਿਆਣੇ ਕਹਿੰਦੇ ਆ ਜਦੋਂ ਮਾੜਾ ਸਮਾਂ ਹੋਵੇ ਨਾ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਉਹ ਹਾਲਾਤ ਜਿਹੜੇ ਉਹ ਬਣੇ ਆ। ਵੈਸੇ ਤਾਂ ਇੱਕ ਸਟੇਟਸ ਮੈਂ ਉਦੋਂ ਪਾਇਆ ਸੀਗਾ ਵੀ ਇੱਕ ਦੁਆਬੇ ਚੋਂ ਆ, ਇੱਕ ਮਾਲਵੇ ਚੋਂ ਤੇ ਇੱਕ ਮਾਝੇ ਚੋਂ, ਵੀ ਸਾਰੇ ਪੰਜਾਬ 'ਚ ਹੀ ਛਾਏ ਹੋਏ ਆ ਅਕਾਲੀ ਦਲ ਵਾਲੇ। ਉਹ ਇੱਕ ਇੰਗਲਿਸ਼ ਦੇ ਅਖਬਾਰ ਨੇ ਉਹਨੂੰ ਤਰਜਮਾ ਕਰਕੇ ਵੀ ਛਾਪਿਆ ਜੀ, ਉਹਨੂੰ ਇੱਕ ਵੱਡੇ ਇੰਗਲਿਸ਼ ਦੇ ਅਖਬਾਰ ਨੇ। ਸੋ ਹਾਲਾਤ ਇਹੋ ਜਿਹੇ ਨੇ ਕਿ ਕਹਾਵਤ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਅਸਲ ਦੇ ਵਿੱਚ ਜਿਹੜਾ ਕਬਜ਼ਾ ਇੰਨਾ ਕਰ ਲਿਆ ਗਿਆ, ਇਹ ਸੋਚ ਲਿਆ ਗਿਆ ਕਿ ਸਾਨੂੰ ਕੌਣ ਹਟਾਉਣ ਵਾਲਾ। ਜਦੋਂ ਇਹ ਦਿੱਤਾ ਗਿਆ ਸੀ ਨਾਅਰਾ ਕਿ ਰਾਜ ਕਰਾਂਗੇ 25 ਸਾਲ,
ਇਹ ਉਦੋਂ ਹੀ ਹੰਕਾਰ ਸਮਝ ਲੈਣਾ ਚਾਹੀਦਾ ਸੀਗਾ ਕਿ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ। ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਪਾਰਟੀ ਇਹ ਦਾਅਵਾ ਕਰੇ ਕਿ ਉਹ ਕਿੰਨੀਆਂ ਟਰਮਾਂ ਦੇ ਵਿੱਚ ਰਾਜ ਕਰੂਗੀ ਜਾਂ ਕਿੰਨੀਆਂ ਟਰਮਾਂ ਕੰਟੀਨਿਊ ਚੱਲੂਗੀ। ਰਾਜ ਕਰਾਂਗੇ 25 ਸਾਲ, ਮਤਲਬ ਕਿ ਤੁਹਾਨੂੰ ਪੂਰੇ ਦਾ ਪੂਰਾ ਰਾਜ ਲੋਕਾਂ ਨੇ ਮੁਕੰਮਲ ਰੂਪ 'ਚ 25 ਸਾਲ ਲਈ ਸੌਂਪ ਦਿੱਤਾ। ਵੋਟਾਂ ਤਾਂ 5 ਸਾਲ ਲਈ ਪੈਂਦੀਆਂ ਨੇ, ਫਿਰ 25 ਸਾਲ ਵਾਸਤੇ ਦਾਅਵਾ ਕਿਵੇਂ ਕੀਤਾ ਜਾ ਸਕਦਾ? ਦਾਅਵਾ ਇੱਕ ਰਾਜ ਦਾ ਇਹ ਵੀ ਕੀਤਾ ਗਿਆ ਸੀ ਕਿ ਰਾਜ ਨਹੀਂ ਸੇਵਾ। ਐਕਚੁਅਲੀ ਉਹ ਕੌਮਾ ਅੱਗੇ ਪਿੱਛੇ ਹੋ ਗਿਆ, ਉਹ ਰਾਜ ਤੋਂ ਬਾਅਦ ਕੌਮਾ ਲੱਗਦਾ ਸੀ, ਰਾਜ ਨਹੀਂ ਸੇਵਾ। ਜੋ ਹਾਲਾਤ ਲੋਕਾਂ ਦੇ ਬਣਾਏ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਈਆਂ ਬੇਨਿਯਮੀਆਂ, ਜਿਹੜਾ ਅਕਾਲੀ ਦਲ ਬਾਦਲ ਹੈ, ਬੇਸ਼ੱਕ ਇਹ ਕਈ ਲੋਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ, 1920 ਦੇ ਵਿੱਚ ਬਣਿਆ। ਅਜਿਹਾ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਕੁਝ ਵੀ ਹੋਇਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਇੱਕ ਬਹੁਤ ਮਾਣਮੱਤਾ ਇਤਿਹਾਸ ਹੈ। ਇਹ ਜਿਹੜਾ ਹਾਰਿਆ ਇਹ ਅਕਾਲੀ ਦਲ ਬਾਦਲ ਹਾਰਿਆ, ਨਾ ਕਿ ਸ਼੍ਰੋਮਣੀ ਅਕਾਲੀ ਦਲ। ਜੀ, ਸ਼੍ਰੋਮਣੀ ਅਕਾਲੀ ਦਲ ਕਦੇ ਰਿਵਾਈਜ਼ ਹੋਊਗਾ, ਮੁੜ ਕੇ ਕਿੰਨਾ ਚਿਰ ਲੱਗੂਗਾ ਅਜੇ ਇਹ ਨਹੀਂ ਕਹਿ ਸਕਦੇ, ਪਰ ਹੋਊਗਾ ਜ਼ਰੂਰ ਕਿਸੇ ਨਾ ਕਿਸੇ ਵੇਲੇ। ਉਹਦੇ ਵਿੱਚ ਵੀ ਉਹ ਲੋਕ ਆਉਣਗੇ ਜਿਹੜੇ ਪੰਜਾਬ ਦਾ ਭਲਾ ਜਾਣਨ ਵਾਲੇ, ਸੋਚਣ ਵਾਲੇ ਹੋਣਗੇ, ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ, ਪੰਥ ਦੇ ਹਿੱਤਾਂ ਦੀ ਗੱਲ ਕਰਨਗੇ। ਇੱਥੇ 1997 ਦੇ ਵਿੱਚ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਬਿਲਕੁਲ ਹੀ ਇਹਦੀ ਵੱਖਰੀ ਦਿੱਖ ਜਿਹੜੀ ਸੀ ਉਹ ਬਣਾ ਦਿੱਤੀ ਗਈ, ਔਰ ਇਹਦੇ ਵਿੱਚ ਸਿਰਫ ਔਰ ਸਿਰਫ ਆਪਣੇ ਵਾਸਤੇ ਹੀ ਸਾਰਾ ਕੁਝ ਕੀਤਾ ਗਿਆ। ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਗਈ, ਲੋਕਾਂ ਦੇ ਮਸਲੇ ਕਿਤੇ ਵਿਸਾਰ ਦਿੱਤੇ ਗਏ। 2017 ਦੇ ਵਿੱਚ ਜਦੋਂ ਅਕਾਲੀ ਦਲ ਬਾਦਲ ਹਾਰਦਾ ਹੈ, ਉਸ ਤੋਂ ਬਾਅਦ ਇਹ ਕਹਿੰਦੇ ਜੀ ਕਿ ਮੰਥਨ ਕੀਤਾ ਗਿਆ। ਹੁਣ ਮੰਥਨ ਕਿਹੋ ਜਿਹਾ ਸੀ ਸਮਝ ਨਹੀਂ ਲੱਗੀ ਵੀ। ਉਦੋਂ ਅਕਾਲੀ ਦਲ ਬਾਦਲ ਇੱਕ ਵਿਰੋਧੀ ਧਿਰ ਦੇ ਵਿੱਚ ਵੀ ਨਾ ਰਿਹਾ, ਸਣੇ ਭਾਰਤੀ ਜਨਤਾ ਪਾਰਟੀ ਵਾਲੇ ਲੜਾ ਕੇ। ਹੁਣ ਫੇਰ ਮੰਥਨ ਕਰੀ ਜਾਂਦੇ ਆ ਜਦੋਂ 3 ਸੀਟਾਂ ਰਹਿ ਗਈਆਂ। ਵੇਖਿਆ ਜਾਵੇ ਤਾਂ ਇੱਕ ਚੀਜ਼ ਤਾਂ ਕੰਧ ਦੇ ਉੱਤੇ ਲਿਖੀ ਹੋਈ ਆ, ਉਹਨੂੰ ਪੜ੍ਹ ਕਿਉਂ ਨਹੀਂ ਇਹ ਰਹੇ ਕਿ ਕੀ ਕਾਰਨ ਰਹੇ ਨੇ? 2 ਵੋਟ ਬੈਂਕ ਸੀ ਇਹਨਾਂ ਦੇ, ਇੱਕ ਪੰਥਕ ਵੋਟ ਬੈਂਕ, ਇੱਕ ਕਿਸਾਨੀ ਵੋਟ ਬੈਂਕ। 2015 ਦੇ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਜੂਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਬੁਰਜ ਜਵਾਹਰ ਸਿੰਘ ਵਾਲਾ ਚ ਜੀ। ਅਕਤੂਬਰ ਮਹੀਨੇ ਦੇ ਵਿੱਚ ਜਾ ਕੇ ਉਹਦੀ ਬੇਅਦਬੀ ਕੀਤੀ ਜਾਂਦੀ ਆ। ਉਦੋਂ ਪਹਿਲਾਂ ਪੋਸਟਰ ਲਾਏ ਜਾਂਦੇ ਆ ਵੀ ਸਾਡੇ ਕੋਲੇ ਆ ਬੀੜ। ਕੀ ਪ੍ਰਸ਼ਾਸਨ ਦੀ ਇਹ ਟੋਟਲ ਫੇਲਰ ਨਹੀਂ ਸੀਗਾ ਕਿ ਉਹ ਇੰਨੇ ਮਹੀਨਿਆਂ ਦੇ ਵਿੱਚ ਇਹੀ ਨਾ ਲੱਭ ਸਕਿਆ ਕਿ ਇਸ ਬੀੜ ਨੂੰ ਲਿਜਾਣ ਵਾਲੇ ਕੌਣ ਸਨ, ਜਾਂ ਫਿਰ ਜਾਣ ਬੁੱਝ ਕੇ ਉਹਨਾਂ ਨੂੰ ਇੱਕ ਸੁਰੱਖਿਅਤ ਲਾਂਘਾ ਦਿੱਤਾ ਗਿਆ? ਔਰ ਫਿਰ ਉਸ ਤੋਂ ਬਾਅਦ ਜਿਹੜੇ ਰੋਸ ਪ੍ਰਗਟ ਕਰ ਰਹੇ ਲੋਕ ਸੀਗੇ, ਉਹਨਾਂ ਦੇ ਉੱਤੇ ਪੁਲਿਸ ਦਾ ਤਸ਼ੱਦਦ, ਉਸ ਮਾਮਲੇ 'ਚ ਕੱਖ ਨਾ ਕੀਤਾ ਜਾਣਾ, ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਤਾ, ਉਹਦੀ ਰਿਪੋਰਟ ਨੂੰ ਹਾਸਲ ਹੀ ਨਾ ਕਰਨਾ, ਲੈਣਾ ਹੀ ਨਾ। ਇਹ ਸਿਰੇ ਦੇ ਹੰਕਾਰ ਦੀਆਂ ਨਿਸ਼ਾਨੀਆਂ ਸਨ ਵੀ ਸਾਨੂੰ ਕੀ ਹੋਣਾ। ਮੁੜ ਕੇ ਪਾਰਟੀ ਹਾਰ ਗਈ। 17 ਤੋਂ ਬਾਅਦ ਫੇਰ ਕੁਛ ਨਾ ਸਿੱਖਿਆ। ਮੈਂ ਤਾਂ ਕਹਿੰਦਾ ਜਦੋਂ 12 ਦੇ ਵਿੱਚ ਸਰਕਾਰ ਰਿਪੀਟ ਹੁੰਦੀ ਆ, ਜਦੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਛੁੱਟੀਆਂ ਤੇ ਚਲੇ ਜਾਂਦੇ ਆ ਵੋਟਾਂ ਤੋਂ ਥੋੜੇ ਦਿਨ ਪਹਿਲਾਂ ਪਹਾੜਾਂ ਦੇ ਵਿੱਚ, ਇਹ ਕਹਿ ਕੇ, ਇਹ ਸੋਚ ਕੇ ਵੀ ਪਿਛਲੀ ਵਾਰੀ ਅਕਾਲੀਆਂ ਦੀ ਸੀ, ਐਤਕੀ ਕਾਂਗਰਸ ਦੀ ਆਉਣੀ ਹੈ, ਕਿਉਂਕਿ ਉੱਤਰ ਕਾਟੋ ਮੈਂ ਚੜਾ, ਇਹਨਾਂ ਵਾਰੀ ਤਾਂ ਬੱਧੀ ਹੋਈ ਸੀਗੀ, ਉਹ ਉੱਤੇ ਚਲੇ ਗਏ, ਪਰ ਅਕਾਲੀ ਰਿਪੀਟ ਕਰ ਗਏ। ਜੇ ਸੁਖਬੀਰ ਸਿੰਘ ਬਾਦਲ ਹੋਰੀ ਕੈਪੇਬਲ ਹੁੰਦੇ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਨੂੰ ਮੁੱਖ ਮੰਤਰੀ 12 ਚ ਬਣਾ ਦਿੰਦੇ, 13 ਚ ਬਣਾ ਦਿੰਦੇ, 14 ਚ ਬਣਾ ਦਿੰਦੇ। ਨਹੀਂ ਬਣਾਇਆ। ਕਿਉਂ ਨਹੀਂ ਬਣਾਇਆ? ਸ਼ਾਇਦ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਤਾ ਸੀ ਉਹ ਚਲਾ ਨਹੀਂ ਸਕਦੇ ਜੀ। ਫਿਰ ਵੀ ਕਿਹੜੇ ਪ੍ਰੈਸ਼ਰ ਦੇ ਹੇਠ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਉਜੜਨ ਜਾਣ ਦਿੱਤਾ? ਸ਼ਾਇਦ ਇਹ ਇੱਕ ਕੁਦਰਤੀ ਤੌਰ ਦੇ ਉੱਤੇ ਜਿਹੜਾ ਹੋ ਗਿਆ। ਸਿਆਸਤ ਦੇ ਨਾਲ ਨਾਲ ਜਿਹੜੀ ਧਾਰਮਿਕ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਹਨਾਂ ਦੇ ਉੱਤੇ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਦਲ ਦਾ ਕਬਜ਼ਾ ਰਿਹਾ। ਬਹੁਤ ਸਾਰੇ ਇਲਜ਼ਾਮ ਇਹਨਾਂ ਧਾਰਮਿਕ ਸੰਸਥਾਵਾਂ ਦੇ ਵਾਸਤੇ ਲੱਗਦੇ ਰਹੇ ਸਮੇਂ ਦੇ ਉੱਤੇ। ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਇਹਨਾਂ ਨੇ ਪ੍ਰਧਾਨ ਬਣਾਇਆ, ਕਹਿੰਦੇ ਰਹੇ ਉਹ ਅਕਾਲੀ ਦਲ ਬਾਦਲ ਦੇ ਨੇ, ਪਰ ਜੇ ਤੁਸੀਂ ਰਿਕਾਰਡ ਦੇਖੋ ਤੇ ਵਿਧਾਨ ਸਭਾ ਦੀ ਚੋਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਿੰਬਲ ਦੇ ਉੱਤੇ ਲੜੀ ਸੀ, ਕਮਲ ਦੇ ਫੁੱਲ ਤੇ। ਫਿਰ ਉਹ ਅਕਾਲੀ ਦਲ ਬਾਦਲ ਦੇ ਕਿਵੇਂ ਸੀਗੇ? ਹੁਣ ਜਦੋਂ ਛੱਡ ਗਏ ਮਨਜਿੰਦਰ ਸਿੰਘ ਸਿਰਸਾ, ਤੇ ਉਸ ਤੋਂ ਬਾਅਦ ਜਿਹੜੀ ਮੁਸ਼ਕਲ ਤਾਂ ਖੜੀ ਹੋਣੀ ਸੀ ਤੇ ਖੜੀ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਹਰਮੀਤ ਸਿੰਘ ਕਾਲਕਾ ਨੂੰ ਬਣਾ ਦਿੱਤਾ ਜੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ।
ਹੁਣ ਮਨਜੀਤ ਸਿੰਘ ਕਾਲਕਾ ਵੀ ਛੱਡ ਕੇ ਲਾਂਭੇ ਹੋ ਗਏ ਇਹਨਾਂ ਨੂੰ, ਔਰ ਉਹਨਾਂ ਨੇ ਆਪਣੀ ਇੱਕ ਵੱਖਰੀ ਪਾਰਟੀ ਜਿਹੜੀ ਆ ਉਹ ਬਣਾ ਲਈ ਆ। ਔਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਆ, ਹਰਮੀਤ ਸਿੰਘ ਕਾਲਕਾ ਨੇ ਤੇ ਇੱਕ ਸਰਦਾਰ ਕਾਹਲੋਂ ਨੇ, ਕਿ ਕੱਲ ਜਿਹੜੀ ਉਹ ਚੁਣੇ ਹੋਏ ਪ੍ਰਤੀਨਿਧਾਂ ਦੀ ਮੀਟਿੰਗ ਹੋਈ ਸੀ, ਸਰਬਸੰਮਤੀ ਦੇ ਨਾਲ ਫੈਸਲਾ ਇਹ ਲਿਆ ਗਿਆ ਕਿ ਇਹ ਮੈਂਬਰ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆ, ਇਹ ਸਿਰਫ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਨਗੇ। ਇਹ ਬਹੁਤ ਵਧੀਆ ਫੈਸਲਾ, ਜੇ ਉਹ ਇਹਦੇ ਉੱਤੇ ਪੱਕੇ ਰਹਿੰਦੇ ਆ, ਦ੍ਰਿੜ ਰਹਿੰਦੇ ਆ। ਤਾਂ ਕਾਲਕਾ ਨੇ ਕਿਹਾ ਕਿ ਜਿੰਨਾ ਚਿਰ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਸਿਆਸੀ ਚੋਣਾਂ ਨਹੀਂ ਲੜੂਗਾ। ਇਹ ਵੀ ਕਿਹਾ ਕਿ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਉਹਨਾਂ ਜਾਂ ਪਰਿਵਾਰ ਨੇ ਚੋਣਾਂ ਲੜਨੀਆਂ ਨੇ, ਤਾਂ ਉਹ ਸਿਰਫ ਵਿਅਕਤੀਗਤ ਤੌਰ ਤੇ ਚੋਣਾਂ ਲੜ ਸਕਦਾ ਹੈ। ਇਸ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਂ ਦੇ ਉੱਤੇ ਚੋਣਾਂ ਨਹੀਂ ਲੜ ਸਕਦਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਵੀਂ ਧਾਰਮਿਕ ਪਾਰਟੀ ਦਾ ਨਾਂ ਸਿੰਘ ਸਭਾਵਾਂ ਤੇ ਹੋਰ ਪੰਥਕ ਸੰਸਥਾਵਾਂ ਦੇ ਪ੍ਰਤੀਨਿਧਾਂ ਤੋਂ ਬਾਅਦ ਜਿਹੜਾ ਉਹ ਤੈਅ ਕੀਤਾ ਜਾਊਗਾ। ਸਵਾਲ ਇਹ ਆ ਕਿ ਜੇ ਇਹਨਾਂ ਨੇ ਇਹ ਫੈਸਲਾ ਲਿਆ ਤੇ ਇਹ ਇੱਕ ਤੰਦਰੁਸਤ ਫੈਸਲਾ ਹੈ। ਦੇਖੋ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਪ੍ਰਧਾਨ ਵੀ ਰਹੇ ਨੇ, ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਵਿੱਚ ਵੀ ਬੈਠੇ ਹੁੰਦੇ ਆ ਬੀਬੀ ਜਗੀਰ ਕੌਰ ਹੋਰੀ। ਇੱਕ ਜਿਨ੍ਹਾਂ ਨੇ ਧਾਰਮਿਕ ਸੰਸਥਾ ਚਲਾਉਣੀ ਆ ਤੇ ਇੱਕ ਸਿਆਸੀ ਪਾਰਟੀ ਦੇ ਵਿੱਚ ਹਿੱਸਾ ਲੈਣਾ, ਇਹ ਦੋ ਚੀਜ਼ਾਂ ਰਲਗੱਡ ਨਹੀਂ ਹੋਣੀਆਂ ਚਾਹੀਦੀਆਂ। ਇਸੇ ਕਰਕੇ ਸੰਸਥਾਵਾਂ ਦੇ ਵਿੱਚ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਨਿਗਾਰ ਆਇਆ। ਜਿਹੜੇ ਬਲਵੰਤ ਸਿੰਘ ਖੇੜਾ ਨੇ, ਜਿਨ੍ਹਾਂ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ ਕੇਸ ਕੀਤਾ ਹੋਇਆ ਅਕਾਲੀ ਦਲ ਬਾਦਲ ਦੇ ਉੱਤੇ, ਇਹ ਜਾਣਬੁੱਝ ਕੇ ਉਹਨੂੰ ਲਮਕਾਉਣ ਦੇ ਯਤਨਾਂ ਦੇ ਵਿੱਚ ਨੇ ਵੀ ਕਿਸੇ ਤਰੀਕੇ ਦੇ ਨਾਲ ਇਸ ਕੇਸ ਨੂੰ ਜਿੰਨਾ ਹੋ ਸਕਦਾ ਲਮਕਾਇਆ ਜਾ ਸਕੇ, ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਨੇ ਕੇਸ ਉਹ ਹਾਰ ਜਾਣਾ ਜੀ। ਉਹ ਕੇਸ ਇਹ ਆ ਕਿ ਅਕਾਲੀ ਦਲ ਬਾਦਲ ਦੋ ਸੰਵਿਧਾਨ ਰੱਖੀ ਫਿਰਦਾ, ਇਹ ਉਹਦੇ ਵਿੱਚੋਂ ਸਾਰੀ ਨਿਕਲੀ ਹੋਈ ਸਮੱਸਿਆ ਹੈ। ਜਦੋਂ ਤਾਂ ਇਹਨਾਂ ਨੇ ਧਾਰਮਿਕ ਚੋਣਾਂ ਲੜਨੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਇਹ ਜਿਸ ਸੰਵਿਧਾਨ ਦੀ ਵਰਤੋਂ ਕਰਦੇ ਆ, ਉਹ ਸੰਵਿਧਾਨ ਕਹਿੰਦਾ ਕਿ ਸਾਡੀ ਇੱਕ ਧਾਰਮਿਕ ਪਾਰਟੀ ਆ ਤੇ ਅਸੀਂ ਸਿੱਖ ਕੌਮ ਦੀ ਅਗਵਾਈ ਕਰਦੇ ਆ। ਜਦੋਂ ਇਹਨਾਂ ਨੇ ਵਿਧਾਨ ਸਭਾ, ਲੋਕ ਸਭਾ, ਪੰਚਾਇਤੀ ਦੂਜੀਆਂ ਤੀਜੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ, ਉਦੋਂ ਇਹ ਦੂਜਾ ਸੰਵਿਧਾਨ ਲਾਉਂਦੇ ਆ ਕਿ ਸਾਡੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ। ਅਕਾਲੀ ਦਲ ਬਾਦਲ ਜੇ ਧਰਮ ਨਿਰਪੱਖ ਪਾਰਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਂ ਕੀ ਕਰਦੇ ਫਿਰਦੇ ਆ ਜੀ? ਫਿਰ ਇਹ ਉਹ ਚੋਣਾਂ ਨੂੰ ਨਹੀਂ ਲੜ ਸਕਦੇ। ਅਕਸਰ ਅਕਾਲੀ ਦਲ ਬਾਦਲ ਵਾਲੇ ਇਹ ਗੱਲ ਕਹਿੰਦੇ ਆ, ਨਹੀਂ ਜੀ ਨਹੀਂ, ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜਦੋਂ ਕਿ ਆਪਾਂ ਸਾਰੇ ਜਾਣਦੇ ਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਆ, ਪਿਛਲੇ ਕਈ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਿਫਾਫਾ ਕਲਚਰ ਸ਼ੁਰੂ ਕੀਤਾ। ਉੱਥੇ ਲਿਫਾਫੇ ਦੇ ਵਿੱਚ ਨਾਂ ਆਉਂਦਾ, ਅਕਾਲੀ ਦਲ ਦਾ ਪ੍ਰਧਾਨ ਉਹ ਨਾਂ ਭੇਜਦਾ, ਲਿਫਾਫਾ ਖੋਲਿਆ ਜਾਂਦਾ, ਉਹਦੇ ਵਿੱਚੋਂ ਨਾਂ ਕੱਢ ਕੇ ਇਹ ਦੱਸ ਦਿੱਤਾ ਜਾਂਦਾ ਆਹ ਨਾਂ ਆ ਤੇ ਹੁਣ ਬਾਕੀ ਪ੍ਰਕਿਰਿਆ ਪੂਰੀ ਕਰ ਲਓ ਜੀ। ਜੇ ਅਕਾਲੀ ਦਲ ਬਾਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕੋਈ ਇਹਨਾਂ ਦਾ ਰੋਲ ਨਹੀਂਗਾ ਤੇ ਫਿਰ ਉਹ ਲਿਫਾਫਾ ਕਿੱਥੋਂ ਆਉਂਦਾ? ਆ ਲੇਟੈਸਟ ਦੇਖ ਲਓ, ਜਿਹੜੇ ਕਾਲਕਾ ਸਾਹਿਬ ਨੇ, ਉਹਨਾਂ ਨੇ ਜਦੋਂ ਕੱਲ ਇਹ ਫੈਸਲਾ ਲੈ ਲਿਆ ਕਿ ਉਹ ਵੱਖਰੇ ਹੋ ਰਹੇ ਨੇ, ਉਹਨਾਂ ਨੇ ਵੱਖਰਾ ਧੜਾ ਆਪਣਾ ਸਥਾਪਿਤ ਕਰ ਲਿਆ, ਬਣਾ ਲਿਆ। ਇਹ ਹੁਣ ਇਹ ਗੱਲ ਕਹਿੰਦੇ ਆ ਕਿ ਅਸੀਂ ਉਹਨੂੰ ਕੱਢ ਦਿੱਤਾ, ਉਹਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਕੱਢਤਾ ਕਾਲਕਾ ਨੂੰ। ਜੇ ਤੁਸੀਂ ਧਾਰਮਿਕ ਸੰਸਥਾਵਾਂ 'ਚ ਦਖਲ ਨਹੀਂ ਦਿੰਦੇ ਤੇ ਕਾਲਕਾ ਹੋਰਾਂ ਨੂੰ ਤੁਸੀਂ ਕੱਢ ਕਿਵੇਂ ਸਕਦੇ ਹੋ? ਜੇ ਉਹਨਾਂ ਨੂੰ ਕੱਢ ਰਹੇ ਹੋ ਤੇ ਇਟ ਮੀਨਸ ਕਿ ਤੁਹਾਡਾ ਦਖਲ ਨਹੀਂ ਬਲਕਿ ਸਿੱਧਮ ਸਿੱਧਾ ਕਬਜ਼ਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਝੂਠ ਤੂਫਾਨ ਹੀ ਬੋਲੀ ਜਾਂਦੇ ਆ ਇਸ ਗੱਲ ਦੇ ਉੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ, ਚਾਹੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਹਨਾਂ ਦੇ ਮੈਂਬਰ ਹੋਣ, ਉਹ ਰਜਵੀਂ ਸਿਆਸਤ ਕਰਦੇ ਆ। ਗੋਲਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਇਲਜ਼ਾਮ ਬਹੁਤ ਵਾਰੀ ਲੱਗਦੇ ਆ ਜੀ। ਚਲੋ ਬਾਕੀ ਗੱਲਾਂ ਤੁਸੀਂ ਛੱਡੋ, ਅੱਜ ਤੱਕ ਇਹ ਜਵਾਬ ਇਹ ਕਿਉਂ ਨਹੀਂ ਦਿੰਦੇ ਕਿ ਜਦੋਂ ਡੇਰਾ ਸਰਸਾ ਮੁਖੀ ਨੂੰ ਬਿਨਾਂ ਮੰਗੀ ਮੁਆਫੀ ਦਿੱਤੀ ਗਈ ਸੀ ਤਾਂ ਉਦੋਂ 90 ਲੱਖ ਰੁਪਏ ਦੇ ਇਸ਼ਤਿਹਾਰ ਗੋਲਕ ਦੇ ਵਿੱਚੋਂ ਕਿਉਂ ਦਿੱਤੇ ਗਏ ਸੀ ਅਖਬਾਰਾਂ ਨੂੰ, ਉਸ ਮਾਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ? ਇਟ ਮੀਨਸ ਕਿ ਤੁਹਾਡਾ ਉਹਦੇ ਉੱਤੇ ਸੰਪੂਰਨ ਰੂਪ ਦੇ ਵਿੱਚ ਕਬਜ਼ਾ ਹੈ। ਹੁਣ ਇਹ ਕਹਿੰਦੇ ਕਿ ਜੀ ਇਹ ਭਾਰਤੀ ਜਨਤਾ ਪਾਰਟੀ ਐਂਟਰ ਕਰਨਾ ਚਾਹੁੰਦੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ, ਕਰਨਾ ਨਹੀਂ ਚਾਹੁੰਦੀ। ਅਕਾਲੀ ਦਲ ਬਾਦਲ ਵਾਲੇ ਉਹ ਕਰ ਚੁੱਕੀ ਹੋਈ ਆ, ਬਹੁਤ ਸਾਲਾਂ ਦੀ ਕਰ ਚੁੱਕੀ ਹੋਈ ਆ। ਔਰ ਉਹਦੀ ਐਂਟਰੀ ਕਰਵਾਈ ਕਿਹਨੇ ਆ?
ਇਹਨਾਂ ਨੇ ਹੀ ਕਰਵਾਈ ਹੈ ਜੀ। ਔਰ ਜੇ ਇਹੋ ਜਿਹੇ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੇ ਰੱਖੇ, ਉਹਦੀਆਂ ਆਮ ਚੋਣਾਂ ਨਾ ਹੋਣ ਦਿੱਤੀਆਂ, ਤੇ ਹਾਲਾਤ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇਹੋ ਜਿਹੇ ਬਣ ਜਾਣੇ ਜੀ। ਪੰਨੂ ਸਾਹਿਬ, ਗੱਲ ਸਿਆਸੀ ਕਿਸਾਨਾਂ ਦੀ ਵੀ ਕਰਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਗੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਹਾਂ। ਲਗਾਤਾਰ 10 ਸਾਲ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ। ਇਹਨਾਂ ਨੂੰ ਲੱਗਿਆ ਕਿ ਪੰਜਾਬ ਸਾਡੀ ਓ ਜਗੀਰ ਹੈ। ਇੱਕਦਮ ਇਹਨਾਂ ਦੇ ਉੱਜੜਨ ਦੀ ਵਜ੍ਹਾ ਕਿਹਨੂੰ ਮੰਨਦੇ ਆ? ਜੇ ਬੇਅਦਬੀ ਮੁੱਦੇ ਨੂੰ ਇੱਕ ਟਾਈਮ ਤੇ ਲਾਂਭੇ ਰੱਖ ਲਈਏ, ਤੇ ਕੀ ਕਾਰਨ ਨੇ ਕਿ ਇੱਕਦਮ ਹੀ ਇੰਨਾ ਡਾਊਨਫਾਲ ਹੋ ਗਿਆ ਇਹਨਾਂ 'ਚ? ਦੇਖੋ, ਉਹਦਾ ਮੇਨ ਜਿਹੜਾ ਰੀਜ਼ਨ ਹੈ ਉਹ ਹੈ ਇੱਕ ਇਹਨੂੰ ਪ੍ਰਾਈਵੇਟ ਲਿਮਟਿਡ ਜਿਹੜਾ ਪਾਰਟੀ ਬਣਾ ਦੇਣਾ, ਇੱਕ ਪਰਿਵਾਰ ਦੀ ਪਾਰਟੀ ਜੀ। ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋ, ਬਿਕਰਮ ਸਿੰਘ ਮਜੀਠੀਆ, ਸਾਰਾ ਟੱਬਰ ਹੀ ਇਕੱਠਾ ਹੈ। ਜਾਂ ਅੱਗੋਂ ਵੀ ਜਿਹੜਾ ਲਾ ਲਓ, ਤੇ ਉਹਨਾਂ ਦੇ ਅੱਗੇ ਤੋਂ ਅੱਗੇ ਰਿਸ਼ਤੇਦਾਰ ਸਾਰੇ ਦੇ ਸਾਰੇ ਇਕੱਠੇ ਹੋਏ ਨੇ। ਜੇ ਬਿਕਰਮ ਮਜੀਠੀਆ ਹੋਰਾਂ ਨੇ ਇਹ ਚੋਣ ਲੜਨ ਦਾ ਫੈਸਲਾ ਲੈ ਲਿਆ ਕਿ ਅੰਮ੍ਰਿਤਸਰ ਈਸਟ ਤੋਂ ਉਹਨਾਂ ਨੇ ਚੋਣ ਲੜਨੀ ਆ, ਤੇ ਫਿਰ ਉਹਨਾਂ ਨੂੰ ਕੋਈ ਵਰਕਰ ਨਹੀਂ ਦਿਸਿਆ ਉੱਥੋਂ ਲੜਾਉਣ ਲਈ? ਆਪਣੀ ਪਤਨੀ ਦਿਸੀ ਨਾ, ਹੋਰ ਨਹੀਂ ਕੋਈ ਦਿਸਿਆ। ਕੋਈ ਨਾ, ਇਹਨਾਂ ਨੂੰ ਉਹ ਦਿਸਦੀ ਨਹੀਂ। ਇੱਕ ਤਾਂ ਇਹ ਮੇਨ ਜਿਹੜਾ ਪਰਿਵਾਰਵਾਦ ਸੀ ਉਹ ਹੋ ਗਿਆ। ਦੂਜਾ, ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ, ਚੈਨਲ ਵਾਲੇ ਉੱਥੇ ਜਦੋਂ ਸਹੁੰ ਚੁੱਕ ਸਮਾਗਮ ਦੇ ਉੱਤੇ ਪੁੱਛ ਰਹੇ ਸੀਗੇ ਕਿ ਤੁਸੀਂ, ਇਹ ਤੁਹਾਡੇ ਵਾਲਾ ਸੇਮ ਸਵਾਲ ਸੀ। ਮੈਂ ਕਿਹਾ ਜੀ, ਜੇ ਤੁਸੀਂ ਕਿਉਂਕਿ ਆਪਾਂ ਜੇ 97 ਤੋਂ ਲੈ ਲਈਏ, 97 ਦੇ ਵਿੱਚ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਆਉਂਦੀ ਆ, 2002 ਤੱਕ ਰਹਿੰਦੀ ਆ। ਜੇ ਤੁਸੀਂ 97 ਤੋਂ ਸ਼ੁਰੂ ਕਰ ਲਓ, ਚਲੋ ਉਦੋਂ ਨਾ ਸ਼ੁਰੂ ਕਰੋ, ਤੁਸੀਂ 2000 ਤੋਂ ਸ਼ੁਰੂ ਕਰ ਲਓ। ਇਹ 2022 ਆ। 22 ਸਾਲਾਂ ਦੇ ਵਕਫੇ ਦੇ ਵਿੱਚ ਜਿਹੜੇ ਬੱਚੇ 2000 ਦੇ ਵਿੱਚ ਜੰਮੇ, ਜਾਂ 2001 ਦੇ ਵਿੱਚ ਜੰਮੇ, ਜਾਂ 2002 ਦੇ ਵਿੱਚ ਜੰਮੇ, ਅੱਜ ਉਹ ਵੋਟਰ ਬਣ ਗਏ। ਉਹਨਾਂ ਨੂੰ ਤੁਸੀਂ ਇਹ ਕਹਿ ਕੇ ਨਹੀਂ ਭਰਮਾ ਸਕਦੇ ਕਿ ਪੰਥ ਖਤਰੇ ਦੇ ਵਿੱਚ। ਉਹਨਾਂ ਨੂੰ ਬਹੁਤ ਕੁਝ ਪਤਾ। ਉਹਨਾਂ ਨੂੰ ਤੁਸੀਂ ਇਉਂ ਨਹੀਂ ਭਰਮਾ ਸਕਦੇ ਕਿ ਜਲੰਧਰ ਕੁਝ ਬੋਲਤਾ, ਪਟਿਆਲੇ ਕੁਝ ਬੋਲ ਦਿੱਤਾ, ਅੰਮ੍ਰਿਤਸਰ ਕੁਝ ਬੋਲ ਦਿੱਤਾ, ਬਠਿੰਡੇ ਕੁਝ ਬੋਲ ਦਿੱਤਾ, ਵੀ ਕਿਹੜਾ ਲੋਕਾਂ ਨੂੰ ਪਤਾ ਲੱਗਦਾ? ਲੋਕਾਂ ਨੂੰ ਪਤਾ ਲੱਗ ਗਿਆ। ਇਹ ਨਬਜ਼ ਨਹੀਂ ਪਹਿਚਾਣ ਸਕੇ। ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਸ ਵੇਲੇ, ਉਹਨਾਂ ਨੇ ਜਦੋਂ ਪਹਿਲੀ ਵਾਰੀ ਚੋਣ ਲੜੀ ਤੇ ਉਹ ਹਾਰ ਗਏ। 7 ਥਾਵਾਂ ਤੋਂ ਖੜੇ ਹੋਏ ਸੀ, ਸਾਰੇ ਜਗ੍ਹਾ ਤੋਂ ਹਾਰ ਗਏ। ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਹਾਰ ਗਏ, ਹੁਣ ਤਾਂ ਗਏ ਤੁਸੀਂ? ਉਹ ਕਹਿੰਦੇ ਮੈਂ 20 ਸਾਲ ਬਾਅਦ ਇਹਦਾ ਜਵਾਬ ਦੇਵਾਂਗਾ। ਔਰ 20 ਸਾਲ ਬਾਅਦ ਉਹ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰੀ ਬਣ ਗਏ ਉੱਥੋਂ ਦੇ। ਹੋਇਆ ਕੀ ਕਿ ਜਿਹੜੇ ਉਦੋਂ ਜੰਮੇ ਬੱਚੇ ਸੀ, 20 ਸਾਲ ਬਾਅਦ ਉਹ ਵੋਟਰ ਸੀ, ਉਹਨਾਂ ਨੂੰ ਪਾਰਟੀਆਂ ਉਸ ਤਰੀਕੇ ਨਾਲ ਭਰਮਾ ਨਹੀਂ ਸਕੀਆਂ। ਮੈਂ ਇਸ ਚੀਜ਼ ਨੂੰ ਹਮੇਸ਼ਾ ਕੋਟ ਕਰਦਾ ਹੁੰਦਾ ਕਿ ਜਿਹੜੀਆਂ ਸਿਆਸੀ ਧਿਰਾਂ ਨੇ, ਜਿਹੜੀ ਨਵੀਂ ਜਨਰੇਸ਼ਨ ਹੈ, ਉਹਨੂੰ ਉਹ ਪੜ੍ਹ ਨਹੀਂ ਪਾਉਂਦੀਆਂ। ਔਰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੀਗੇ ਨਤੀਜੇ ਆਉਣ ਤੋਂ ਪਹਿਲਾਂ ਕਿ ਹੰਗ ਵਿਧਾਨ ਸਭਾ ਆਉਣੀ ਹੈ। ਮੈਂ ਠੋਕ ਵਜਾ ਕੇ ਕਹਿੰਦਾ ਸੀਗਾ ਕੋਈ ਹੰਗ ਵਿਧਾਨ ਸਭਾ ਨਹੀਂ ਆਉਣੀ, ਇੱਥੇ ਸੁਪਰ ਮੈਜੋਰਿਟੀ ਦੇ ਵਿੱਚ ਸਰਕਾਰ ਆਊਗੀ। ਕਿਉਂਕਿ ਇਹ ਜਿਹੜੀ ਕੈਲਕੂਲੇਸ਼ਨ ਹੈ, ਇਹ ਕੋਈ ਨਹੀਂ ਕਰਦਾ। ਸਿਆਸੀ ਪਾਰਟੀਆਂ ਖਾਸ ਤੌਰ ਦੇ ਉੱਤੇ ਨਹੀਂ ਕਰਦੀਆਂ ਕਿ ਨਵੇਂ ਵੋਟਰ ਜਿਹੜੇ, ਉਹਨਾਂ ਦਾ ਰੁਝਾਨ ਕੀ ਆ, ਨਵੇਂ ਵੋਟਰ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਆ। ਇਹ ਉਹਨੂੰ ਪੜ੍ਹ ਨਹੀਂ ਸਕੇ ਜੀ। ਸਿਆਸੀ ਕਿਸਾਨਾਂ ਦੀ ਗੱਲ ਕਰਦੇ ਆ। ਕਿਸਾਨ ਅੰਦੋਲਨ ਇਹਨਾਂ ਨੇ ਜਿੱਤਿਆ, ਬੜੀ ਭੱਲ ਬਣੀ ਇਹਨਾਂ ਦੀ, ਲੋਕਾਂ ਨੇ ਹੱਥੀ ਛਾਵਾਂ ਕੀਤੀਆਂ, ਫਿਰ ਇਹਨਾਂ ਨੂੰ ਚਾਅ ਚੜਿਆ ਰਾਜਨੀਤੀ ਦਾ, ਫਿਰ ਇਹ ਲੀਡਰ ਬਣਨ ਤੁਰ ਪਏ ਤੇ ਕਿਸੇ ਪਾਸੇ ਜੋਗੇ ਨਹੀਂ ਰਹੇ। ਰਾਜੇਵਾਲ ਸਾਹਿਬ ਦੀ ਆਪਣੀ ਵੀ ਜ਼ਮਾਨਤ ਜਿਹੜੀ ਉਹ ਜ਼ਬਤ ਹੋ ਗਈ। ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ? ਕਿਸੇ ਨੇ ਘਰ ਦੇ ਵਿੱਚ ਅਖੰਡ ਪਾਠ ਕਰਾਉਣਾ ਸੀ ਤੇ ਉਹ 4 ਜਾਣੇ ਕਹਿੰਦੇ, ਭਾਈ ਜੀ ਕਹਿੰਦੇ ਵੀ 5 ਜਾਣੇ ਆਉਣਗੇ ਤੇ ਫਿਰ ਤੁਸੀਂ ਮਹਾਰਾਜ ਦਾ ਸਰੂਪ ਲਿਜਾ ਸਕਦੇ ਹੋ। ਸੋ ਇੱਕ ਵਿਅਕਤੀ ਜਿਹੜਾ ਉਹਨੂੰ ਪੁੱਛਿਆ, ਉਹ ਹੈ ਸੀ ਅੜਬ ਸੁਭਾਅ ਦਾ, ਕੁਛ ਉਦਾਂ ਦਾ ਪਿੰਡ 'ਚ, ਤੇ ਉਹ ਕਹਿੰਦਾ ਜੀ ਸ਼ਰਤ ਇਹ ਆ ਵੀ ਮਹਾਰਾਜ ਦਾ ਸਰੂਪ ਮੇਰੇ ਸਿਰ ਤੇ ਲਿਆਓਗੇ ਰੱਖ ਕੇ। ਉਹ ਕਹਿੰਦੇ ਚਲੋ ਮੰਨਣਾ ਪੈਣਾ ਸੀ, ਲੈ ਆਏ। ਉਹ ਜਦੋਂ ਲਈ ਆਉਂਦੇ ਸੀਗੇ ਤੇ ਕੋਈ ਦੂਰੋਂ ਨਮਸਕਾਰ ਕਰ ਰਿਹਾ ਸੀ, ਕੋਈ ਝੁੱਕ ਕੇ ਜਿਹੜਾ ਜੀ ਧਰਤੀ ਦੇ ਉੱਤੇ ਨਮਸਕਾਰ ਕਰ ਰਿਹਾ ਸੀ, ਕੋਈ ਸਾਈਕਲ ਤੋਂ ਉਤਰ ਰਿਹਾ ਸੀ, ਲੋਕ ਉੱਠ ਕੇ ਖੜੇ ਹੋ ਰਹੇ ਸੀ। ਉਹ ਬੜਾ ਖੁਸ਼ ਹੋਇਆ ਵੀ ਉਂਝ ਤਾਂ ਮੈਨੂੰ ਪਿੰਡ 'ਚ ਕੋਈ ਪਸੰਦ ਨਹੀਂ ਕਰਦਾ। ਜਦੋਂ ਜਿੱਥੇ ਸਰੂਪ ਉਹਨੇ ਘਰ ਲਿਜਾਣਾ ਸੀ ਉੱਥੇ ਲਿਆ ਕੇ ਆਇਆ ਤੇ ਫੇਰ ਲੰਘਿਆ ਪਿੰਡ ਦੇ ਵਿੱਚੋਂ ਦੀ, ਕਿਸੇ ਨੇ ਨਾ ਪੁੱਛਿਆ। ਉਹ ਕਹਿੰਦਾ ਵੀ ਥੋੜੇ ਮਿੰਟ ਪਹਿਲਾਂ ਤਾਂ ਇੰਨਾ ਪੁੱਛਦੇ ਸੀ। ਤੋਂ ਕਿਸੇ ਬਜ਼ੁਰਗ ਨੇ ਇਹ ਗੱਲ ਕਹੀ ਸੀ ਵੀ ਇੱਜ਼ਤ ਉਸ ਚੀਜ਼ ਦੀ ਸੀ ਜਿਹੜੀ ਤੇਰੇ ਸਿਰ ਦੇ ਉੱਤੇ ਰੱਖੀ ਹੋਈ ਸੀ, ਬਿਲਕੁਲ ਤੇਰੀ ਨਹੀਂ। ਤੋਂ ਇਸ ਕਿਸਮ ਦੇ ਨਾਲ ਜਦੋਂ ਬਰਗਾੜੀ ਦਾ ਮੋਰਚਾ ਲੱਗਿਆ, ਉੱਥੇ ਬੈਠੇ ਧਿਆਨ ਸਿੰਘ ਮੰਡ ਹੋਰਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਸੀ। ਉਹਨਾਂ ਨੇ ਕਿਸੇ ਮੇਰੇ ਨਜ਼ਦੀਕੀ ਜਾਣਕਾਰ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ ਸੀ ਕਿ ਹੁਣ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਉਹ ਜਿੱਤੀਆਂ ਜਾਣਗੀਆਂ
ਜਿਨ੍ਹਾਂ ਦੇ ਉਮੀਦਵਾਰ ਮੈਂ ਖੜੇ ਕਰੂੰਗਾ। 117 ਵਿਧਾਨ ਸਭਾ ਉਹ ਜਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਉਮੀਦਵਾਰ ਮੈਂ ਤੈਅ ਕਰੂੰਗਾ। ਉੱਥੇ ਪਹੁੰਚੇ ਸਿਰਫ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਗਏ ਸੀ, ਉਹਨਾਂ ਨੂੰ ਵੋਟਾਂ ਸਮਝ ਲਿਆ ਗਿਆ। ਉਹ ਵੋਟਾਂ ਨਹੀਂ ਸਨ, ਉਹ ਕਿਸੇ ਹੋਰ ਮਕਸਦ ਦੇ ਨਾਲ ਉੱਥੇ ਜਾਂਦੇ ਸੀ ਲੱਖਾਂ ਦੀ ਗਿਣਤੀ 'ਚ। ਇਹੀ ਗਲਤੀ ਸੁਖਪਾਲ ਸਿੰਘ ਖਹਿਰਾ ਨੇ ਵੀ ਕੀਤੀ ਸੀ ਉੱਥੇ, ਇਹੀ ਗਲਤੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਕੀਤੀ ਸੀ ਉੱਥੇ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ 19 ਦੇ ਵਿੱਚ ਕੀ ਹਸ਼ਰ ਹੋਇਆ ਸਭ ਨੂੰ ਪਤਾ। ਜਿਹੜੇ ਲੋਕ ਕਿਸਾਨੀ ਅੰਦੋਲਨ ਦੇ ਦੌਰਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ 1 ਸਾਲ ਤੋਂ ਵੱਧ ਸਮਾਂ ਬੈਠੇ ਰਹੇ, ਉਹ ਵੋਟ ਬੈਂਕ ਨਹੀਂ ਸਨ, ਉਹ ਵੋਟਾਂ ਨਹੀਂ ਸਨ ਜੀ। ਉਹ ਲੋਕ ਆਪਣੇ ਚੁੱਲ੍ਹੇ ਬਚਾਉਣ ਦੇ ਵਾਸਤੇ ਉੱਥੇ ਗਏ ਸਨ। ਉਹ ਲੋਕਾਂ ਨੂੰ ਡਰ ਸੀ ਕਿ ਸਾਡੀਆਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ। ਉਹਨਾਂ ਨੂੰ ਵੋਟ ਬੈਂਕ ਸਮਝ ਲਿਆ ਗਿਆ। ਕੁਝ ਲੋਕਾਂ ਨੇ ਵੋਟ ਬੈਂਕ ਸਮਝ ਲਿਆ। ਆਮ ਸਿਆਸਤਦਾਨ ਸਮਝਦੇ ਤੇ ਗੱਲ ਸਮਝ ਆਉਂਦੀ ਸੀ। ਜਿਹੜੇ ਕਿਸਾਨ ਆਗੂ ਸੀਗੇ ਜਿਨ੍ਹਾਂ ਨੇ ਏਡੀ ਵੱਡੀ ਭੱਲ ਖੱਟੀ, ਏਡੀ ਵੱਡੀ ਇੱਜ਼ਤ ਖੱਟੀ ਪੂਰੇ ਮੁਲਕ ਦੇ ਵਿੱਚ, ਕਿ ਮੁਲਕ ਦੇ ਵਿੱਚ 3-4 ਕਿਸਾਨ ਆਗੂਆਂ ਨੂੰ ਵਿਰੋਧੀ ਧਿਰ ਸਮਝਿਆ ਜਾਣ ਲੱਗਿਆ। ਚਾਹੇ ਉਹ ਰਕੇਸ਼ ਟਕੈਤ ਹੁਰੀ ਹੋਣ, ਡਾਕਟਰ ਦਰਸ਼ਨਪਾਲ ਹੁਰੀ ਹੋਣ, ਬਲਵੀਰ ਸਿੰਘ ਰਾਜੇਵਾਲ ਹੁਰੀ ਹੋਣ, ਜੋਗਿੰਦਰ ਸਿੰਘ ਉਗਰਾਹਾਂ ਹੋਣ, ਇਹ ਬਾਕੀ ਤਾਂ ਸਾਰੇ ਆਪਣੀ ਗੱਲ ਦੇ ਉੱਤੇ ਕਾਇਮ ਰਹੇ ਕਿ ਅਸੀਂ ਸਿਆਸਤ ਨਹੀਂ ਕਰਨੀ, ਅਸੀਂ ਕਿਸਾਨਾਂ ਦੇ ਮਸਲੇ ਹੀ ਉਠਾਉਣੇ ਨੇ। 3 ਖੇਤੀ ਕਾਨੂੰਨ ਵਾਪਸ ਹੋ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਚਾਅ ਚੜ ਗਿਆ ਵੀ ਜਿੰਨੇ ਉੱਥੇ ਲੋਕੀ ਗਏ ਸੀ, ਜਿੰਨੀਆਂ ਭੀੜਾਂ ਉਹਨਾਂ ਦੇ ਕਹੇ ਦੇ ਉੱਤੇ ਇਕੱਠੀਆਂ ਹੋ ਜਾਂਦੀਆਂ ਸਨ, ਜਿੰਨਾ ਭਾਸ਼ਣ ਉਹਨਾਂ ਦੇ ਸੁਣੇ ਜਾਂਦੇ ਸਨ, ਕੋਈ ਵੀ ਕਿਸੇ ਜਗ੍ਹਾ ਦੇ ਉੱਤੇ ਭਾਸ਼ਣ ਵੀਡੀਓ ਪੈਂਦੀ ਤਾਂ ਮਿੰਟੋ ਮਿੰਟੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਅੱਗੇ ਤੋਂ ਅੱਗੇ ਸ਼ੇਅਰ ਹੋ ਜਾਂਦਾ ਜੀ। ਉਹ ਸਮਝ ਬੈਠੇ ਕਿ ਜਿੰਨੇ ਉੱਥੇ ਸਿਰ ਆਏ ਜਾਂ ਜਿੰਨਾ ਸਹਿਯੋਗ ਮਿਲਿਆ ਵਿਸ਼ਵ ਦੇ ਵਿੱਚੋਂ, ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਉੱਤਰ ਪ੍ਰਦੇਸ਼ ਦੇ ਵਿੱਚੋਂ, ਬਾਕੀ ਸੂਬਿਆਂ ਦੇ ਵਿੱਚੋਂ, ਜੇ ਇਹ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੇ ਦੌਰਾਨ ਇਹ ਪ੍ਰਚਾਰ ਕਰਨ ਦੇ ਵਾਸਤੇ ਗਏ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਵੀ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਤੇ ਲੋਕਾਂ ਨੇ ਹਰਾਤਾ ਉੱਥੇ। ਇਹਨਾਂ ਨੇ ਇਹ ਕਿਹਾ ਬਈ ਜਿਹੜਾ ਅੰਨੇ ਦੇ ਪੈਰ ਥੱਲੇ ਬਟੇਰਾ ਆ ਗਿਆ ਵੀ ਯਾਰ ਰੋਜ਼ ਮੀਟ ਨਾਲ ਰੋਟੀ ਖਾਂਦੇ ਆ, ਉਹਦੇ ਉਹੋ ਜਿਹੇ ਹਾਲਾਤ ਬਣ ਗਏ। ਰਾਜੇਵਾਲ ਸਾਹਿਬ ਨੇ ਆਉਂਦਿਆਂ ਸਾਰ ਨਾ ਆ ਦੇਖਿਆ ਨਾ ਤਾਂ, ਨਾ ਪਾਰਟੀ ਦੀ ਰਜਿਸਟ੍ਰੇਸ਼ਨ, ਨਾ ਕੋਈ ਢਾਂਚਾ, ਨਾ ਕੋਈ ਇਨਫਰਾਸਟ੍ਰਕਚਰ, ਨਾ ਕੋਈ ਲੈਂਡ, ਨਾ ਕੋਈ ਦੇਣ। ਉਹ ਆਲੇ ਦੁਆਲੇ ਜਿਹੜੇ ਚੁੱਕਣ ਵਾਲੇ ਕੁਝ ਸਲਾਹਕਾਰ ਸੀਗੇ, ਉਹਨਾਂ ਨੂੰ ਮੇਰਾ ਖਿਆਲ ਹੋ ਸਕਦਾ ਕਿ ਮੁੱਖ ਮੰਤਰੀ ਕਹਿ ਕੇ ਬੁਲਾਉਣਾ ਵੀ ਸ਼ੁਰੂ ਕਰ ਦਿੱਤਾ ਹੋਵੇ ਜੀ। ਜਿਹੜੇ ਇੱਕ ਡਾਕਟਰ ਵੀ ਆਏ ਹੋਏ ਸੀਗੇ ਅਮਰੀਕਾ ਤੋਂ, ਉਹ ਕਹਿੰਦੇ ਜੀ ਵੋਟਾਂ ਹੀ ਸਾਰੀਆਂ ਸਾਡੀਆਂ, ਸਾਡੀ ਤਾਂ ਸਰਕਾਰ ਬਣ ਰਹੀ ਆ। ਉਹ ਵੋਟਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਝੋਲਾ ਚੁੱਕ ਕੇ ਟਿੱਬ ਗਏ ਕਿ ਲੋਕਾਂ ਨੂੰ ਜਵਾਬ ਕੀ ਦੇਵਾਂਗੇ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਤਾਂ ਇੱਥੇ ਹੀ ਰਹਿਣਾ ਸੀ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਜ਼ਮਾਨਤ ਜ਼ਬਤ ਹੋਈ, ਉਹਨਾਂ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇੱਕ ਵੀ ਇਹਨਾਂ ਦਾ ਉਮੀਦਵਾਰ ਆਪਣੀ ਜ਼ਮਾਨਤ ਬਚਾ ਨਾ ਸਕਿਆ। ਜਿਹੜੇ ਬਲਵੀਰ ਸਿੰਘ ਰਾਜੇਵਾਲ ਕਹਿੰਦੇ ਸੀਗੇ ਕਿ ਮੈਨੂੰ ਤਾਂ ਰਾਸ਼ਟਰਪਤੀ ਬਣਾਉਣ ਨੂੰ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਵਾਲੇ, ਹੁਣ ਪਤਾ ਨਹੀਂ ਕਿਹੋ ਜਿਹਾ ਰਾਸ਼ਟਰਪਤੀ ਬਣਾਉਣ ਦੀ ਗੱਲ ਕਿਹਨੇ ਆਖੀ ਸੀਗੀ ਉਹਨਾਂ ਨੂੰ। ਉਹ 4000 ਵੋਟਾਂ ਲਿਜਾ ਸਕੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ, ਇਹ ਰਾਸ਼ਟਰਪਤੀ ਬਣਨੇ ਸੀ। ਹੁਣ ਕੀ ਹੋਇਆ, ਇਹਨਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਇਹਨਾਂ ਨੂੰ ਲਾਂਭੇ ਕਰ ਦਿੱਤਾ। ਜਦੋਂ ਪਿਛਲੇ ਦਿਨੀ ਮੀਟਿੰਗ ਹੋਣੀ ਸੀਗੀ ਤਾਂ ਉੱਥੇ ਇਹ ਜ਼ਬਰਦਸਤੀ ਜਾ ਵੜੇ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ। ਔਰ ਉੱਥੇ ਜਾਣ ਤੋਂ ਬਾਅਦ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੀ, ਉਹਨਾਂ ਨੇ ਇਹ ਕਿਹਾ ਕਿ ਅਸੀਂ ਟਕਰਾਓ ਨਹੀਂ ਚਾਹੁੰਦੇ ਕਿਸੇ ਵੀ ਕਿਸਮ ਦਾ। ਉਹਨਾਂ ਨੇ ਆਪਣੀ ਮੀਟਿੰਗ ਬਾਹਰ ਲਿਆ ਕੇ ਲਾ ਲਈ, ਇਹ ਉੱਥੇ ਕਰਦੇ ਰਹੇ। ਇਹਨਾਂ ਨੇ ਫੇਰ ਕੀ ਕੀਤਾ, ਜਿਹੜੀ ਤਾਲਮੇਲ ਕਮੇਟੀ ਸੀ ਉਹ ਭੰਗ ਕਰ ਦਿੱਤੀ ਕਿ ਅਸੀਂ ਤਾਲਮੇਲ ਕਮੇਟੀ ਭੰਗ ਕਰਦੇ ਹਾਂ। ਹੁਣ ਇਹਨਾਂ ਨੂੰ ਜਿਹੜੇ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਲੇਟੈਸਟ ਬਿਆਨ ਜਾਰੀ ਕੀਤਾ ਇਹ ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂਗਾ ਜੀ, ਇਹਦੇ ਨਾਲ ਕੋਈ ਉਹ ਸਬੰਧ ਨਹੀਂ ਰੱਖਣਗੇ। ਇਹ ਐਲਾਨ ਉਹਨਾਂ ਨੇ ਕਰ ਦਿੱਤਾ। ਔਰ ਹੁਣ ਇਹ ਅੱਗੋਂ ਕੀ ਸਟੈਪ ਲੈਂਦੇ ਆ ਇਹ ਵੇਖਣ ਵਾਲਾ ਹੋਊਗਾ। ਨਾ ਤਾਂ ਉਧਰ ਸਿਆਸਤ ਦੇ ਵਿੱਚ ਕਾਮਯਾਬ ਹੋ ਸਕਿਆ, ਨਾ ਇੱਧਰ ਜਿਹੜੇ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਰਹੇ ਨੇ। ਇਉਂ ਲੱਗਦਾ ਕਿ ਬਲਵੀਰ ਸਿੰਘ ਰਾਜੇਵਾਲ ਕਿਸੇ ਵੱਡੀ ਖੇਡ ਦੇ ਖਿਡਾਰੀ ਸਨ। ਉਹਨਾਂ ਤੋਂ ਜਾਣਬੁੱਝ ਕੇ, ਕਿਉਂਕਿ ਛੋਟੇ ਛੋਟੇ ਗਰੁੱਪ ਬੜੇ ਸਾਰੇ ਪੰਜਾਬ ਦੇ ਵਿੱਚ ਖੜੇ ਕੀਤੇ ਗਏ ਸੀ, ਬੜੀਆਂ ਪਾਰਟੀਆਂ ਖੜੀਆਂ ਕੀਤੀਆਂ ਗਈਆਂ ਸੀ। ਤੁਹਾਨੂੰ ਯਾਦ ਹੋਣਾ ਰੋਜ਼ ਇੱਕ ਪਾਰਟੀ ਨਵੀਂ ਖੜੀ ਹੋ ਜਾਂਦੀ ਹੁੰਦੀ ਸੀ ਪੰਜਾਬ ਦੇ ਵਿੱਚ, ਔਰ ਹਰੇਕ ਇਹ ਦਾਅਵਾ ਕਰਦੇ ਸੀ ਜੀ ਅਸੀਂ 117 ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਲੜਾਂਗੇ। ਇਹਨਾਂ ਦੇ ਜਿਹੜੇ ਇਹਨਾਂ ਨੇ ਬਣਾਈ ਸੀਗੀ ਸੰਯੁਕਤ ਸਮਾਜ ਮੋਰਚਾ,
ਉਹਦੇ ਤਾਂ ਕਈ ਉਮੀਦਵਾਰ ਹੀ ਭੱਜ ਗਏ, ਉਹਨਾਂ ਨੇ ਜਿਹੜੀ ਅਪਲਾਈ ਵੀ ਨਾ ਕੀਤਾ, ਉਹਨਾਂ ਨੇ ਕਾਗਜ਼ ਵੀ ਨਾ ਭਰੇ। ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨੇੜੇ ਤੇੜੇ ਵਾਲੇ ਪੈਸੇ ਪੂਸੇ ਲੈ ਕੇ ਵੀ ਸੀਟਾਂ ਦੇਈ ਜਾਂਦੇ ਸੀ, ਕਿਉਂਕਿ ਇਉਂ ਲੱਗਦਾ ਸੀਗਾ ਕਿ ਬਸ ਠੀਕ ਠਾਕ ਆ, ਜਿਹੜਾ ਖੜਾ ਹੋ ਗਿਆ ਇਹਨਾਂ ਦੇ ਵੱਲੋਂ ਉਹਨੇ ਤਾਂ ਝੱਟ ਦੇਣੀ, ਸਿੱਧਾ MLA ਹੀ ਬਣਨਾ। ਉਹ ਇਹ ਗੱਲ ਜਿਹੜੀ ਉਹ ਭੁੱਲ ਗਏ ਕਿ ਜਿਹੜੇ ਸਰਹੱਦਾਂ ਤੇ ਬੈਠੇ ਕਿਸਾਨ ਸਨ, ਉਹ ਕਿਸੇ ਮਕਸਦ ਦੇ ਵਾਸਤੇ ਉੱਥੇ ਗਏ ਸੀ, ਕਿਸੇ ਸਿਆਸੀ ਧਿਰ ਦੇ ਵਾਸਤੇ ਨਹੀਂ ਸਨ ਗਏ। ਇਹ ਸਿਆਸੀ ਪਾਰਟੀਆਂ ਨੂੰ ਤਾਂ ਉੱਥੇ ਚੜ੍ਹਨ ਨਹੀਂ ਦਿੱਤਾ, ਕਹਿੰਦੇ ਸਿਆਸੀ ਪਾਰਟੀਆਂ ਤੋਂ ਸਾਨੂੰ ਅਲਰਜੀ ਆ, ਫਿਰ ਆਪਣੀ ਸਿਆਸੀ ਪਾਰਟੀ ਬਣਾ ਕੇ ਤੇ ਚੋਣਾਂ ਲੜਨ ਦੇ ਵਾਲੇ ਪਾਸੇ ਤੁਰ ਪਏ। ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਅੱਜ ਵੱਡੇ ਬਾਦਲ ਸਾਹਿਬ ਨੇ ਬੇਨਤੀ ਕੀਤੀ ਪੰਜਾਬ ਸਰਕਾਰ ਨੂੰ, ਕੀ ਬੇਨਤੀ ਕੀਤੀ ਆ ਦਰਸ਼ਕਾਂ ਨੂੰ ਦੱਸਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, 1304 ਉਮੀਦਵਾਰਾਂ ਚੋਂ ਇੱਕ ਵੱਡੇ ਬਾਦਲ ਸਾਹਿਬ, ਜਿਨ੍ਹਾਂ ਨੂੰ ਖੁੱਡੀਆਂ ਸਾਹਿਬ ਨੇ ਖੁੱਡੇ ਲਾਤਾ, ਤੇ ਅੱਜ ਪੰਜਾਬ ਸਰਕਾਰ ਤੇ ਮਾਣਯੋਗ ਸਪੀਕਰ ਨੂੰ ਕਹਿੰਦੇ ਨੇ ਕਿ ਮੈਨੂੰ ਪੈਨਸ਼ਨ ਨਹੀਂ ਚਾਹੀਦੀ, ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਵਰਤ ਲਓ। ਬੜੀ ਛੇਤੀ ਚੇਤਾ ਆ ਗਿਆ ਪੰਜਾਬ ਦਾ ਇਹਨਾਂ ਨੂੰ। ਬਿਲਕੁਲ ਜੀ, ਮੇਰਾ ਖਿਆਲ ਕਾਲੀਆਂ ਨੇ ਹੀ ਮਾਰ ਲਿਆ ਬਾਦਲ ਸਾਹਿਬ ਨੂੰ। ਫੈਸਲੇ ਬਹੁਤ ਤੁਰੰਤ ਲੈਂਦੇ ਆ ਜੀ, ਔਰ ਕੁਰਬਾਨੀ ਬਹੁਤ ਕਰਦੇ ਆ। ਬੜੇ ਬੜੇ ਵੱਡੇ ਪੋਸਟਰ ਜਿਹੜੇ ਪੰਜਾਬ ਦੇ ਵਿੱਚ ਲੱਗੇ ਸੀਗੇ 17 ਦੀਆਂ ਵੋਟਾਂ ਤੋਂ ਪਹਿਲਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ। ਕਿਹੜੀ ਕੁਰਬਾਨੀ, ਇਹ ਅੱਜ ਤੱਕ ਨਹੀਂ ਸਮਝ ਲੱਗੀ। ਔਰ ਅੱਜ ਜਿਹੜੀ ਵਿਧਾਨ ਸਭਾ ਜਿੱਥੇ ਸਹੁੰ ਚੁੱਕੀ ਨਵੇਂ ਵਿਧਾਨਕਾਰਾਂ ਨੇ, ਉਹਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਸੀ 4, ਉਹਨਾਂ ਦੇ ਵਿੱਚੋਂ ਕੋਈ ਵੀ ਵਿਧਾਨ ਸਭਾ ਦੇ ਵਿੱਚ ਨਹੀਂ ਗਿਆ ਜੀ। ਔਰ ਇਹ ਇੱਕ ਯੰਗ ਬ੍ਰਿਗੇਡ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਗਈ ਹੈ। ਜਿਹੜੀ ਬੁੱਢੀ ਲੀਡਰਸ਼ਿਪ ਆ ਉਹ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਕਿ ਉਹ ਫੇਲ ਹੋਏ ਨੇ। ਦੇਖੋ, ਜਿਹੜੇ ਲਾਈਨ ਦੇ ਵਿੱਚ ਅਸੀਂ ਇਸ ਜਗ੍ਹਾ ਦੇ ਉੱਤੇ ਕੋਈ ਪੱਕੇ ਥੋੜੀ ਬੈਠੇ ਰਹਿਣਾ। ਕੱਲ ਨੂੰ ਜਾਂ ਅੱਜ ਜਿਹੜੇ ਨਵੀਂ ਜਨਰੇਸ਼ਨ ਆ ਉਹ ਆ ਰਹੀ ਹੈ, ਔਰ ਉਹ ਨਵੀਂ ਜਨਰੇਸ਼ਨ ਸਾਥੋਂ ਬਿਹਤਰ ਕਰਦੀ ਹੈ। ਇਹ ਸਮਾਂ ਉਹ ਹੁੰਦਾ ਜਦੋਂ ਕਿ ਜਿਹੜੇ ਚੰਗਾ ਕਰਨ ਵਾਲੇ ਆ ਉਹਨਾਂ ਦੀ ਪਿੱਠ ਥਾਪੜ ਕੇ, ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਅਗਾਂਹ ਲਾ ਦਿੱਤਾ ਜਾਵੇ ਵੀ ਲਓ ਹੁਣ ਵਾਰੀ ਤੁਹਾਡੀ ਆ। ਜਦੋਂ ਵਡੇਰੀ ਉਮਰ ਦਾ ਕੋਈ ਹੋ ਜਾਂਦਾ ਤੇ ਉਹਦਾ ਮੰਜਾ ਡਿਉੜੀ 'ਚ ਡਾਹ ਦਿੰਦੇ ਨੇ। ਡਿਉੜੀ 'ਚ ਡਾਉਣ ਦਾ ਇਹ ਹੁੰਦਾ ਕਿ ਹੁਣ ਇਹਦੇ ਕੋਲ ਬਹੁਤਾ ਕੰਮ ਨਹੀਂ ਹੈਗਾ, ਪਰ ਕੰਮ ਦੇ ਉੱਤੇ ਨਿਗਾਹ ਰੱਖੂਗਾ। ਤੋ ਜਿਹੜੇ ਤਾਂ ਬਜ਼ੁਰਗ ਜਿਹੜੀ ਪਾਵਰ ਟਰਾਂਸਫਾਰਮਿੰਗ ਆ ਉਹ ਪ੍ਰੋਪਰ ਤਰੀਕੇ ਨਾਲ ਕਰ ਦਿੰਦੇ ਆ, ਉਹ ਸੌਖੇ ਰਹਿੰਦੇ ਆ। ਜਿਹੜੇ ਨਹੀਂ ਕਰਦੇ ਉਹ ਫਿਰ ਅਕਸਰ ਔਖੇ ਹੁੰਦੇ ਆ। ਕਿਵੇਂ ਹੁੰਦੇ ਆ, ਉਹ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਜਦੋਂ ਇਹ ਸੱਤਾ ਦੇ ਵਿੱਚ ਆਉਣ ਲੱਗੇ ਆ 97 ਤੋਂ ਖਾਸ ਤੌਰ ਦੇ ਉੱਤੇ 96 ਦੇ ਵਿੱਚ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਆ, ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਹੀ ਬਦਲ ਗਿਆ ਇਹਨਾਂ ਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਰਿਹਾ ਨਾ, ਅਕਾਲੀ ਦਲ ਬਾਦਲ ਬਣ ਗਿਆ। ਫਿਰ ਜਿਵੇਂ ਜਾਇਦਾਦ ਦੇ ਵਿੱਚ ਅਥਾਹ ਵਾਧਾ ਹੋਣਾ ਸ਼ੁਰੂ ਹੋਇਆ, ਹਰ ਚੀਜ਼ ਜਿਹੜੀ ਉਹ ਮੇਰੀ, ਬੱਸਾਂ ਵੀ ਇਹਨਾਂ ਦੀਆਂ ਕਿੱਥੋਂ ਦੀਆਂ ਕਿੱਥੇ ਚਲੇ ਗਈਆਂ। ਸੁਖਬੀਰ ਸਿੰਘ ਬਾਦਲ ਹੁਰੀ ਲੱਖ ਕਹੀ ਜਾਣ, ਇਹ ਸਭ ਨੂੰ ਪਤਾ ਹੈ ਕਿ ਜਦੋਂ ਤੱਕ ਉਹ ਇਸ ਪਾਸੇ ਵੱਲ ਨਹੀਂ ਸੀ ਆਏ ਉਦੋਂ ਜਾਇਦਾਦ ਕਿੰਨੀ ਸੀ, ਅੱਜ ਜਾਇਦਾਦ ਕਿੰਨੀ ਹੈ। ਜਦੋਂ 2017 ਦੀਆਂ ਵੋਟਾਂ ਦੇ ਨਤੀਜੇ ਆਉਣੇ ਸੀ, ਉਸ ਵੇਲੇ ਕਿਉਂਕਿ ਮਹੀਨਾ ਸੀ ਵਿੱਚ, ਉਹਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੋਰੀ ਅਮਰੀਕਾ ਜਾਂਦੇ ਆ ਆਪਣਾ ਚੈੱਕਅਪ ਕਰਵਾਉਣ ਦੇ ਵਾਸਤੇ। ਇਸ ਕਰਕੇ ਕਿ ਅਜੇ ਇੰਟਰਮ CM ਹੈਗੇ ਆ, ਜੇ ਚੋਣਾਂ ਦੇ ਨਤੀਜਿਆਂ ਦੇ ਵਿੱਚ ਉਹ ਨਾ ਰਹੇ, ਉਹਨਾਂ ਦੀ ਪਾਰਟੀ ਸੱਤਾ 'ਚ ਨਾ ਆਈ, ਉਹਨਾਂ ਨੂੰ ਪਤਾ ਸੀ ਨਹੀਂ ਆ ਰਹੀ, ਤੇ ਉਸ ਤੋਂ ਬਾਅਦ ਖਰਚਾ ਪੱਲਿਓਂ ਦੇਣਾ ਪਊਗਾ। ਇਸ ਕਰਕੇ ਉਹ ਅਮਰੀਕਾ ਜਾ ਕੇ ਆਪਣਾ ਇਲਾਜ ਕਰਵਾ ਕੇ ਆਉਂਦੇ ਆ ਤੇ ਸਾਰੇ ਦਾ ਸਾਰਾ ਬਿੱਲ ਪੰਜਾਬ ਦੀ ਸਰਕਾਰ ਨੂੰ ਦੇਣਾ ਪੈਂਦਾ। ਜਿਹੜੇ ਇਹਨਾਂ ਦੇ ਘਰ ਦੇ ਜੀ, ਚਲੋ ਨਾਮ ਨਹੀਂ ਲੈਣਾ ਹੁਣ, ਉਹ ਜਿਹੜਾ ਨਾ ਹੋਵੇ ਦੁਨੀਆ 'ਚ, ਉਹਦਾ ਕਾਹਦੇ ਲਈ ਉਹਦੀ ਬਦਖੋਈ ਕਰਨੀ ਹੈ। ਜੇ ਉਹਦਾ ਇਲਾਜ ਹੋਇਆ ਤੇ ਉਹ ਸਾਰੇ ਦਾ ਸਾਰਾ ਸਰਕਾਰ ਦੇ ਪੱਲਿਓ ਗਿਆ ਜੀ। ਜਦੋਂ ਇਹਨਾਂ ਦੀ ਸੱਤਾ ਸੀ 10 ਸਾਲ ਦੀ, ਉਹਦੇ ਦੌਰਾਨ ਜਿੰਨੇ ਭੱਤੇ ਇਹਨਾਂ ਦੇ ਵਜ਼ੀਰਾਂ ਨੇ ਲਏ, ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ, ਦੁਨੀਆ 'ਚ ਉਹ ਵੀ ਹੈ ਨਹੀਂ ਜਿੰਨਾ ਖਰਚਾ ਉਹਨਾਂ ਨੇ ਕਾਰ ਦਾ ਪਾਇਆ ਉਸ ਵੇਲੇ। ਜੇ ਤੁਸੀਂ ਕਾਰ ਇੱਟਾਂ ਦੇ ਉੱਤੇ ਖੜੀ ਕਰਕੇ ਸਵੇਰ ਤੋਂ ਸ਼ਾਮ ਤੱਕ 4 ਵਜੇ ਤੜਕੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਉਹਦੇ ਟਾਇਰ ਘਮਾਈ ਚੱਲੋ ਟੌਪ ਗੇਅਰ 'ਚ ਪਾ ਕੇ, ਤਾਂ ਵੀ ਉਹ ਇੰਨਾ ਨਹੀਂ ਚੱਲ ਸਕਦੀ ਜਿੰਨਾ ਖਰਚਾ ਪਾਇਆ ਗਿਆ। ਹਰ ਚੀਜ਼ ਦਾ ਖਰਚਾ ਜਿਹੜਾ ਸੀ
ਉਹ ਲੋਕਾਂ ਦੇ ਸਿਰ ਪਾਇਆ ਗਿਆ। ਲੋਕ ਟੈਕਸ ਪੇਅਰ ਦੀ ਮਨੀ ਜਿਹੜੀ ਸੀ ਉਹ ਲਈ ਗਈ। ਇਹਨਾਂ ਦੇ ਇੱਕ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੁੰਦੇ ਸਨ ਚਰਨਜੀਤ ਸਿੰਘ ਓਟਵਾਲ, ਉਹ ਕਹਿੰਦੇ ਸੀ ਕਿ ਮੇਰੇ ਗੋਡਿਆਂ 'ਚ ਦਰਦ ਰਹਿੰਦੀ ਆ, ਇਸ ਕਰਕੇ ਮੈਨੂੰ ਵੱਡੀ ਗੱਡੀ ਚਾਹੀਦੀ ਆ। ਹੁਣ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਗੋਡਿਆਂ ਦੇ ਦਰਦ ਦਾ ਵੱਡੀ ਗੱਡੀ ਦੇ ਨਾਲ ਕੀ ਸੰਬੰਧ ਹੈ। ਜੇ ਇਹ ਗੱਲ ਹੋਵੇ ਤੇ ਜਿਹੜੇ ਮਰੀਜ਼ ਦੇ ਗੋਡਿਆਂ 'ਚ ਦਰਦ ਰਹਿੰਦਾ ਉਹਨੂੰ ਵੱਡੀ ਗੱਡੀ 'ਚ ਬਿਠਾ ਕੇ 4 ਝੂਟੇ ਦੇ ਦਿੱਤੇ ਜਾਣ, ਕੱਲ ਹੀ ਗੋਡੇ ਬਦਲਾਉਣੇ ਆ, ਏਡੇ ਵੱਡੇ ਇਲਾਜ ਕਿਉਂ ਕਰਵਾਉਣੇ ਆ। ਤੋ ਉਹ ਚਰਨਜੀਤ ਸਿੰਘ ਅਟਵਾਲ ਹੋਰਾਂ ਨੂੰ ਵੱਡੀ ਗੱਡੀ ਲੈ ਕੇ ਦਿੱਤੀ ਗਈ ਸੀ ਕਿ ਗੋਡਿਆਂ 'ਚ ਦਰਦ ਹੈ, ਪੱਲਿਓ ਥੋੜੀ ਲੈਣੀ ਸੀ, ਲੋਕਾਂ ਦੇ ਪੈਸੇ ਸੀ। ਅੱਜ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਐਲਾਨ ਕਰਦੇ ਆ ਕਿ ਮੈਂ ਹੁਣ ਪੈਨਸ਼ਨ ਨਹੀਂ ਲੈਣੀ, ਮੇਰੀ ਪੈਨਸ਼ਨ ਨੂੰ ਲੋਕ ਹਿੱਤਾਂ ਦੇ ਵਾਸਤੇ ਵਰਤ ਲਿਆ ਜਾਵੇ। ਬਾਦਲ ਸਾਹਿਬ ਐਲਾਨ ਕਰਨ ਦੇ ਵਿੱਚ ਤੁਸੀਂ ਬਹੁਤ ਜਲਦੀ ਕਰ ਦਿੱਤੀ, ਬਹੁਤ ਕਾਹਲੀ ਕਰ ਲਈ, ਅਜੇ ਖੜੋ ਜਾਂਦੇ, ਕੀ ਲੋੜ ਸੀ ਇੰਨਾ ਐਲਾਨ ਕਰਨ ਦੀ, ਕਿਉਂਕਿ ਸਾਰਾ ਗੁਜ਼ਾਰਾ ਤਾਂ ਸ਼ਾਇਦ ਇਸੇ ਪੈਨਸ਼ਨ ਤੇ ਚੱਲਦਾ। ਜੇ ਹੋਰ ਕਮਾਈ ਹੋਵੇ ਤੇ ਆਪਣੇ ਇਲਾਜ ਆਪਣੇ ਪੱਲਿਓਂ ਨਾ ਕਰਾਵੋ, ਅਮਰੀਕਾ ਦੇ ਵਿੱਚ ਜਾ ਕੇ ਇਲਾਜ ਕਰਾ ਕੇ ਉਹ ਖਰਚਾ ਲੋਕਾਂ ਦੇ ਸਿਰਾਂ ਤੋਂ ਕਿਉਂ ਲੈਂਦੇ ਹੋ। ਅਸਲ ਦੇ ਵਿੱਚ ਕੀ ਆ ਕਿ ਪਹਿਲਾਂ ਤਾਂ ਇਹਨਾਂ ਨੂੰ ਯਕੀਨ ਕੋਈ ਨਹੀਂ ਸੀ ਕਿ ਪੰਜਾਬ ਦੇ ਲੋਕ ਅਸੀਂ ਐਸੇ ਜੂਲੇ ਥੱਲੇ ਲਿਆਂਦੇ ਹੋਏ ਆ, ਉਸ ਜੂਲੇ ਹੇਠੋਂ ਨਿਕਲ ਨਹੀਂ ਸਕਦੇ, ਉਹਨਾਂ ਨੂੰ ਨਿਕਲਣ ਨਹੀਂ ਦੇਵਾਂਗੇ। ਇਹ ਨਹੀਂ ਆਉਂਦੇ ਤੇ ਇਹਨਾਂ ਨੂੰ ਇਹ ਸੀ ਫਿਰ ਦੂਜੀ ਆ ਜਾਊਗੀ, ਸਾਡੇ ਕਾਂਗਰਸ ਵਾਲੀ ਆ ਜਾਣਗੇ, ਉਹ ਕਿਹੜਾ ਕੁਝ ਕਰਨ ਲੱਗੇ ਆ, ਮਿਲ ਕੇ ਤਾਂ ਖੇਡ ਰਹੇ ਸੀ 75-25 ਵਾਲੀ ਸਾਰੀ। ਹੁਣ ਹੋ ਗਿਆ ਕੰਮ ਖਰਾਬ, ਨਵੀਂ ਯੰਗ ਬ੍ਰਿਗੇਡ ਜਿਹੜੀ ਉਹ ਆ ਗਈ, ਨਵੇਂ ਲੋਕ ਆ ਗਏ। ਪ੍ਰਕਾਸ਼ ਸਿੰਘ ਬਾਦਲ ਹੁਰੀ ਆਪਣੀ ਜ਼ਿੰਦਗੀ ਦੀ ਆਖਰੀ ਚੋਣ, ਮੈਂ ਸਮਝਦਾ ਹੈ ਕਿ ਉਹ 2027 ਵਾਲੀਆਂ ਵੀ ਲੜਨ, ਅਸੀਂ ਤਾਂ ਵਿਸ਼ ਕਰਦੇ ਹਾਂ, ਪਰ ਜੇ ਉਮਰ ਦਾ ਤਕਾਜ਼ਾ ਵੇਖਿਆ ਜਾਵੇ ਤੇ ਉਹਨਾਂ ਦੀ ਆਖਰੀ ਚੋਣ ਹੋ ਸਕਦੀ ਹੈ। ਉਹ ਹਾਰ ਗਏ, ਪੁੱਤ ਵੀ ਹਾਰ ਗਿਆ, ਉਧਰੋਂ ਪੁੱਤ ਦਾ ਸਾਲਾ ਵੀ ਹਾਰ ਗਿਆ, ਜਵਾਈ ਵੀ ਹਾਰ ਗਿਆ, ਸਾਰੇ ਹੀ ਹਾਰ ਗਏ। ਹੁਣ ਉਹਨਾਂ ਨੂੰ ਚੇਤਾ ਆਇਆ, ਚਲੋ ਊਠ ਤੋਂ ਛਾਨਣੀ ਲਾ ਦਿਓ, ਸ਼ਾਇਦ ਭਾਰ ਘਟ ਜੇ। ਉਹ ਊਠ ਤੋਂ ਛਾਨਣੀ ਲਾਈ ਗਈ ਆ, ਮੈਂ ਪੈਨਸ਼ਨ ਨਹੀਂ ਲੈਣੀ, ਲੋਕ ਹਿੱਤਾਂ ਦੇ ਵਿੱਚ ਇਹਦੀ ਵਰਤੋਂ ਕਰ ਲਈ ਜਾਵੇ। ਜੇ ਲੋਕ ਹਿੱਤ ਬਾਦਲ ਸਾਹਿਬ ਏਡੇ ਹੀ ਪਿਆਰੇ ਨੇ ਤੇ ਫਿਰ ਜੋ ਪੁਰਾਣੇ ਭੱਤੇ ਲਏ ਹੋਏ ਆ ਸਾਰੇ ਦੇ ਸਾਰੇ ਉਹ ਵੀ ਛੱਡ ਦਿਓ, ਔਰ ਜਿਹੜਾ ਫਖਰੇ ਕੌਮ ਦਾ ਅਵਾਰਡ ਲਿਆ ਹੋਇਆ ਕੌਮ ਦੀ ਖਾਤਰ ਉਹ ਵੀ ਛੱਡ ਦਿਓ। ਜਿਹੜੀ ਇੰਨੀ ਲੁੱਟ ਘਸੁੱਟ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਪੰਜਾਬ ਦੀ ਕੀਤੀ ਆ, ਉਹ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ, ਤਾਂ ਕਿ ਪੰਜਾਬ ਦਾ ਜਿਹੜਾ ਕਰਜ਼ਾ ਹੈ, ਜਿਹੜੇ ਗਲ ਤੱਕ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਇਸ ਵੇਲੇ, ਕੋਈ ਉਹਨੂੰ ਮਾੜੀ ਮੋਟੀ ਰਾਹਤ ਕਿਸੇ ਪਾਸੇ ਤੋਂ ਮਿਲ ਜੇ। ਮੈਂ ਤੁਸੀਂ ਦੇਖਣਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਕੁਝ ਮਿੰਟਾਂ ਦੇ ਵਿੱਚ ਹੀ ਉਹ ਇੰਨਾ ਉਹਦੇ ਉੱਤੇ ਕਮੈਂਟ ਕੀਤਾ, ਕੋਈ ਇੱਕ ਸਿੰਗਲ ਕਮੈਂਟ ਤੁਸੀਂ ਦੱਸੋ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਆਇਆ ਹੋਵੇ ਕਿ ਬੜੀ ਕੁਰਬਾਨੀ ਕੀਤੀ ਹੈ। ਲੋਕ ਟਿਚਰਾਂ ਕਰ ਰਹੇ ਨੇ, ਨਹੀਂ ਟਲਦੇ ਨਾ ਜੀ, ਦੇਤੀ ਇੱਕ ਹੋਰ ਕੁਰਬਾਨੀ, ਕਿਉਂਕਿ ਕੁਰਬਾਨੀ ਵਾਲੇ ਕਿਹਾ ਜਾਂਦਾ ਨਾ ਕਿ ਕੁਰਬਾਨੀ ਬਹੁਤ ਸਾਡਾ ਪਰਿਵਾਰ ਕਰਦਾ। ਤੋ ਇਹ ਜਿਹੜੀਆਂ ਕੁਰਬਾਨੀਆਂ ਨੇ ਉਹ ਲੋਕਾਂ ਦੇ ਵਾਸਤੇ ਨਹੀਂ ਸੀਗੀਆਂ, ਲੋਕਾਂ ਦੀਆਂ ਕੁਰਬਾਨੀਆਂ ਜ਼ਰੂਰ ਸੀਗੀਆਂ। ਜੇ ਪੰਜਾਬ ਦੇ ਵਿੱਚ ਮਾੜੇ ਵੇਲੇ ਦੇ ਵਿੱਚ ਪੁੱਤ ਮਰੇ ਵੀ ਤੇ ਲੋਕਾਂ ਦੇ ਮਰੇ, ਇਹਨਾਂ ਦੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਪੜਦੇ ਸੀਗੇ, ਇੱਥੇ ਥੋੜੀ ਸੀਗੇ। ਤੋ ਇਸ ਕਰਕੇ ਇਹ ਜਿਹੜਾ ਫੈਸਲਾ ਲਿਆ ਗਿਆ, ਇਹ ਇੱਕ ਮਹਿਜ਼ ਊਠ ਤੋਂ ਛਾਨਣੀ ਲਾਉਣ ਵਾਲੀ ਗੱਲ ਹੈ ਕਿ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦੀ ਰਹੀ ਹੈ ਕਿ ਜਿਹੜੀਆਂ ਪੈਨਸ਼ਨਾਂ ਨੇ ਉਹ ਇੱਕ ਹੋਣੀ ਚਾਹੀਦੀ ਹੈ, ਕਈ ਪੈਨਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ। ਇੱਥੇ ਇਹ ਕਰਕੇ ਗਏ, ਇਹਨਾਂ ਨੇ ਹੀ ਬਦਲਾਅ ਕੀਤਾ ਸੀਗਾ। ਜਿਹੜਾ ਇੱਕ ਵਾਰੀ ਵਿਧਾਇਕ ਬਣਿਆ ਇੱਕ ਪੈਨਸ਼ਨ, 2 ਵਾਰੀ ਵਿਧਾਇਕ ਬਣਿਆ 2 ਪੈਨਸ਼ਨਾਂ, 3 ਵਾਰੀ ਵਿਧਾਇਕ ਬਣਿਆ 3 ਪੈਨਸ਼ਨਾਂ, ਇਹਨਾਂ ਨੂੰ ਤਾਂ ਕਈ ਪੈਨਸ਼ਨਾਂ ਆਉਂਦੀਆਂ ਸੀ ਔਰ ਉਹ ਬੰਦ ਹੋਣੀਆਂ ਨੇ। ਉਹ ਬੰਦ ਹੋਣ ਤੋਂ ਪਹਿਲਾਂ ਇਹ ਕਿਹਾ ਗਿਆ ਸ਼ਾਇਦ ਹੋ ਸਕਦਾ ਲੋਕਾਂ ਦੇ ਵਿੱਚ ਪੈਰ ਧਰਾਵੇ ਜਿੰਨੀ ਜਗ੍ਹਾ ਜਿਹੜੀ ਉਹ ਮਿਲ ਜੇ, ਪਰ ਲੋਕ ਪੈਰ ਧਰਾਵੇ ਜਿੰਨੀ ਜਗ੍ਹਾ ਵੀ ਦੇਣ ਦੇ ਵਾਸਤੇ ਹਾਲ ਦੀ ਘੜੀ ਤਿਆਰ ਨਹੀਂ। ਪੰਨੂ ਸਾਹਿਬ, ਇਹ ਪੁਰਾਣੇ ਪੱਤੇ ਸੀ, ਝੜ ਗਏ, ਰੁੱਤ ਹੁਣ ਨਵਿਆਂ ਦੀ ਆ ਗਈ ਆ। ਆਮ ਲੋਕਾਂ ਦੇ ਧੀਆਂ ਪੁੱਤ ਜਿਹੜੇ ਨੇ ਉਹ ਹੁਣ ਵਿਧਾਇਕ ਬਣੇ ਨੇ। ਲੋਕਾਂ ਦੇ ਮਨ ਦਾ ਸਵਾਲ ਹੈ ਕਿ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਨੇ ਉਹ ਕਿਸ ਹੱਦ ਤੱਕ ਪੰਜਾਬ ਨੂੰ ਬਦਲ ਸਕਦੇ, ਦੇਖ ਸਕਦੇ ਅਸੀਂ ਆਉਣ ਵਾਲੇ 5 ਸਾਲਾਂ 'ਚ ਬਦਲਦਾ ਹੋਇਆ ਤੇ ਨਵਾਂ ਪੰਜਾਬ। ਦੇਖੋ, ਮੇਰਾ ਇਹ ਮੰਨਣਾ, ਬਹੁਤ ਸਟਰੋਂਗਲੀ ਮੰਨਣਾ, ਮੈਂ ਇਸ ਗੱਲ ਦਾ ਬਹੁਤ ਵੱਡਾ ਹਮਾਇਤੀ ਰਿਹਾ, ਅੱਜ ਵੀ ਆ, ਕਿ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਸਮਾਂ ਦਿਓ, ਉਹ ਸਾਥੋਂ ਬਿਹਤਰ ਸੋਚਦੀ ਹੈ। ਤੁਸੀਂ ਮੇਰੇ ਤੋਂ ਬਾਅਦ ਵਾਲੀ ਪੀੜ੍ਹੀ ਦੇ ਵਿੱਚੋਂ, ਤੁਹਾਡੀ ਸੋਚ ਜਿਹੜੀ ਆ ਉਹ ਡਿਫਰੈਂਟ ਆ, ਮੇਰੇ ਨਾਲੋਂ ਬੈਟਰ ਹੈ। ਜੇ ਮੇਰੇ ਫੋਨ ਦੇ ਵਿੱਚ ਕੋਈ ਸਮੱਸਿਆ ਆ ਜੇ, ਇਹਦਾ ਕੋਈ ਮੈਨੂੰ ਫੀਚਰ ਸਮਝ ਨਾ ਆਵੇ,
ਮੈਂ ਆਪਣੇ ਬੇਟੇ ਤੋਂ ਪੁੱਛ ਲੈਣਾ, ਆਪਣੀ ਬੇਟੀ ਤੋਂ ਪੁੱਛ ਲੈਣਾ, ਉਹ ਝੱਟ ਦੇਣੀ ਉਹਨੂੰ ਦੱਸ ਦਿੰਦੇ ਵੀ ਇਹਨੂੰ ਇਦਾਂ ਕਰ ਲਓ ਜੀ। ਉਹ ਨਵੇਂ ਯੁੱਗ ਦੀ ਪੀੜ੍ਹੀ ਹੈ ਨਾ। ਜੇ ਅਸੀਂ ਇਹ ਠੀਕ ਹੈ ਕਿ ਅਸੀਂ ਧੱਕੇ ਧੁੱਕੇ ਜ਼ਿਆਦਾ ਖਾਦੇ, ਉਹਦੇ ਕਰਕੇ ਐਕਸਪੀਰੀਅੰਸ ਹੋ ਗਿਆ, ਪਰ ਜਿਹੜਾ ਐਕਸਪੀਰੀਅੰਸ ਹੋ ਗਿਆ ਉਹ ਨਵੀਂ ਪੀੜ੍ਹੀ ਨੂੰ ਬਣਿਆ ਬੱਤਰਾ ਮਿਲ ਗਿਆ ਨਾ, ਜਿਹੜੀ ਇਸ ਵੇਲੇ ਵਿਚਰ ਰਹੀ ਹੈ। ਜਿਹੜੇ ਨਵੇਂ ਜਦੋਂ ਲੜਕੇ ਲੜਕੀਆਂ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਆ, ਮੈਂ ਉਹਨਾਂ ਨੂੰ ਦੇਖਦਾ, ਮੈਂ ਸਭ ਤੋਂ ਵੱਧ ਖੁਸ਼ ਹੁੰਦਾ ਉਹਨਾਂ ਨੂੰ ਦੇਖ ਕੇ ਕਿ ਨਵੀਂ ਜਨਰੇਸ਼ਨ ਜਿਹੜੀ ਆ ਉਹ ਬੈਟਰ ਵੇ ਦੇ ਨਾਲ ਕਰ ਰਹੀ ਹੈ। ਠੀਕ ਹੈ, ਕਈ ਵਾਰੀ ਇਹ ਹੋ ਜਾਂਦਾ ਕਿ ਸਵਾਲ ਕਰਨ ਦਾ ਉਹਨਾਂ ਦਾ ਤਰੀਕਾ, ਉਹ ਖੱਬੜ ਪੈਂਦੇ ਨੇ, ਕਈ ਕੁਝ ਕਰਦੇ ਨੇ, ਇਹ ਚੀਜ਼ਾਂ ਤਜਰਬੇ ਦੇ ਨਾਲ ਆ ਜਾਣਗੀਆਂ। ਉਹ ਆ ਤਾਂ ਰਹੇ ਨੇ ਨਾ। ਇਹ ਜਿਹੜੇ ਨਵੇਂ ਆਏ ਨੇ ਨਾ, ਨਵੇਂ, ਇਹਦੇ ਵਿੱਚੋਂ ਮੈਕਸਿਮਮ ਜਿਹੜੇ ਨੇ ਉਹ 50 ਸਾਲ ਤੋਂ ਘੱਟ ਉਮਰ ਦੇ ਨੇ। ਉਹਨਾਂ ਤੋਂ ਉਮੀਦ ਬੜੀ ਹੈ 27 ਸਾਲ ਦੇ, 30 ਸਾਲ ਦੇ, 31 ਸਾਲ ਦੇ, 32 ਸਾਲ ਦੇ, 33 ਸਾਲ ਦੇ। ਠੀਕ ਹੈ ਨਾ ਜੀ। ਮੇਰਾ ਇਹ ਮੰਨਣਾ ਆ ਕਿ ਇਹ ਬਿਹਤਰ ਕਰਨਗੇ, ਇਹ ਬੈਟਰ ਕਰਨਗੇ, ਔਰ ਇਹ ਕਿਵੇਂ ਕਰਨਗੇ, ਇਹਦੇ ਨਤੀਜੇ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਆ ਜਾਣੇ ਆ। ਥੋੜੀ ਜੀ ਪੇਸ਼ੈਂਸ ਪੰਜਾਬੀ ਵੀ ਰੱਖਣ, ਐਟਲੀਸਟ ਸਾਲ ਦਾ ਇੱਕ ਦਾ ਸਮਾਂ ਦਿਓ, ਔਰ ਸਾਲ ਦੇ ਵਿੱਚ ਕੁਝ ਨਵਾਂ ਜ਼ਰੂਰ ਹੋਊਗਾ, ਕਿਉਂਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਸੱਤਿਆਨਾਸ਼ ਬਹੁਤ ਕੀਤਾ, ਢਾਂਚੇ ਦੇ ਵਿੱਚ ਮੋਰੀਆਂ ਬਹੁਤ ਨੇ, ਉਹ ਲੀਕੇਜ ਬੰਦ ਕਰਨੀ ਪਊਗੀ। ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ ਤੇ ਪਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸਾਡਾ ਸਾਥ ਦੇਣ ਲਈ। ਧੰਨਵਾਦ ਜੀ, ਬਹੁਤ ਮਿਹਰਬਾਨੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਤੇ ਤਾਜ਼ੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਖੁਸ਼ੀ ਸਾਡੀ।